ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਗ ਸੂਹੀ। ਨਹੀਂ ਤੈਨੂੰ ਸ਼ਬਦ ਨਹੀਂ ਦੱਸਿਆ ਜੀ ਨਾਲ ਨਹੀਂ, ਸਵਾਮੀ ਜੀ ਦਾ ਪੜ੍ਹਿਆ ਸੀ ਜਿਹੜਾ ਦੱਸਿਆ ਨਹੀਂ। ਜੇ ਤਾਂ ਕੋਟ ਜਤਨ ਸੀ ਇਹ ਦੁਰਲਭ ਜੇ ਤਾਂ ਦੁਰਲਭ ਤੁਮਨੇ ਪਾਇਆ, ਕੋਟ ਜਤਨ ਸੀ ਪਰ ਭੜਕਾ ਖਾਇਆ। ਦੱਸਿਆ ਨਹੀਂ, ਦੋ ਤਿੰਨ ਤੁੱਕਾ ਛੱਡ ਕੇ ਪੜ੍ਹੋ। ਬਾਣੀ ਸਵਾਮੀ ਜੀ ਮਹਾਰਾਜ ਬਚਨ 16ਵਾਂ ਚੇਤਾਵਨੀ ਭਾਗ तीसरा उपदेश सतगुर भक्ति का शब्द पहला। गुर सेवा में सब की सेवा। इतों तो छड़िया ही ना अच्छे तुक्का छड़ के अगों पढ़ना जिथे आते ना गुरु महिमा नहीं यही शब्द जड़ा आंदा नहीं जिथे अफसर उफसर आते हाँ जी देवी देवा ईश मेश यही अगे पढ़ना थोड़े जा अगे आउंदियां ने माया दे बस अफसर दे बस हाकमां दे बस ये अगे ये छड़ के फिर अगे गुरु महिमा खूब महंगा ये अगे चल। अच्छा ये तो पढ़े अगे अगे पर तेन अगे चल। ये अगे पढ़िया गुर महिमा मैं सुखू गाई ये तो पढ़ लिया अगो चल। गुरमुख होए गुर आगे वरते गुर बरती एक छिन में तरते। ये बाणी स्वामी जी महाराज दी है। हजूर स्वामी जी महाराज गुरमुख दे बारे फरमा रहे है। गुरमुख किसनों कहीदा जिहड़ा सतगुर दी आग्या ते चलदा है। सतगुर दी आग्या ते चलदा है, हुक्म चलदा है। सतगुर दा हुक्म की है कि भाई चोरियां ठगियां फरेबकारियां छड़ दे और भजन कर, साध संगत की सेवा कर। ये सतगुर दा हुक्म है। सतगुर कोई होर काम नहीं जीव नूं दसदा। गुरवरती एक छिन में तरते जिहड़ा सतगुर दा हुक्म मनदा है उहदे तरन वास्ते कोई टाइम नहीं लगदा। एक छिन दस्या, छिन कुछ भी नहीं होंदा, पर जे असी सतगुर के हुक्म के मुताबिक चलीए तो तरन वास्ते सानू कोई ज़्यादा टाइम नहीं लग सकता। हाँ जी। गुरमुख होए गुर आगे वरते गुर बरती एक छिन में तरते गुर महिमा मैं कहाँ लग गाऊं गुर समान कोई और न पाऊं। स्वामी जी महाराज बड़े प्यार दे नाल फरमा रहे है कि सतगुर दी महिमा जिहड़ी है मैं कितनी कि तुहानूं दसां कि सतगुर दी मैं तारीफ नहीं कर सकता कि सतगुर दे मुकाबले ते मैं कुछ भी दुनिया का नहीं समझ सकता और ना ही उन्हां दे मुकाबले कोई चीज़ हैगी है, क्योंकि वो सानू नेक पाक सलाह देंदे है
ਅੱਛੀ ਸਲਾਹ ਦਿੰਦੇ ਹੈ, ਅੱਛੇ ਕੰਮਾਂ ਵਾਸਤੇ ਸਾਨੂੰ ਪ੍ਰੇਰਨਾ ਦਿੰਦੇ ਹੈ, ਜਿਹਦੇ ਨਾਲ ਸਾਨੂੰ ਜ਼ਿੰਦਗੀ ਦਾ ਫਾਇਦਾ ਹੋ ਜਾਏ, ਇਹ ਮਨੁੱਖ ਜਨਮ ਸਾਡਾ ਜਿਹੜਾ ਸੁਕਾਰਤ ਹੋ ਜਾਏ। ਹਾਂਜੀ। गुर महिमा मैं कहाँ लग गाऊं, गुर समान कोई और न पाऊं। गुर अस्तुत है सब मत माही, गुर से बेमुख ठौर न पाही। स्वामी जी महाराज बड़े प्यार दे नाल फरमा रहे है कि सतगुर ਦੀ ਮਹਿਮਾ सिर्फ मैं नहीं कर रहा, हर एक मत ਦੇ ਵਿੱਚ सतगुर ਦੀ ਮਹਿਮਾ है। ਜੇ ਕੋਈ ਰਿਸ਼ੀ ਮੁਨੀ ਹੋਇਆ ਤੇ ਉਸ ਨੇ ਵੀ ਸਤਗੁਰ ਦੀ ਮਹਿਮਾ ਕੀਤੀ ਹੈ। ਕੋਈ ਹੌਲੀਆ ਪਕੰਬਰ ਹੋਇਆ ਉਸ ਨੇ ਵੀ ਸਤਿਗੁਰ ਦੀ ਮਹਿਮਾ ਕੀਤੀ ਹੈ। ਜਿਤਨੇ ਵੀ ਦੁਨੀਆ ਦੇ ਵਿੱਚ ਮਤ ਆਏ ਹੈ ਉਹਨਾਂ ਸਾਰਿਆਂ ਹੀ ਆਪਣੇ ਸਤਿਗੁਰ ਦੀ ਮਹਿਮਾ ਕੀਤੀ। ਇਸ ਵਾਸਤੇ ਮੈਂ ਵੀ ਸਤਿਗੁਰ ਦੀ ਮਹਿਮਾ ਕਰ ਰਿਹਾ ਕਿ ਸਤਿਗੁਰ ਦੇ ਸਮਾਨ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਹਾਂਜੀ। गुर अस्तुत है सब मत माही, गुर से बेमुख ठौर न पाही। भोग विलास हकूमत जग की, तन और हाकम के बस रहती। ਗੁਰੂ ਸਾਹਿਬ ਜੀ ਇਹ ਦੁਨੀਆ ਦੀ ਮਿਸਾਲ ਦੇ ਰਹੇ ਹੈ। ਇਹ ਦੁਨੀਆ ਦੀ ਦੌਲਤ ਜਿਹੜੀ ਹੈ ਇਹ ਹਾਕਮਾਂ ਦੇ ਬਸ, ਹਕੂਮਤ ਦੇ ਵਸ ਵਿੱਚ ਹੈ। ਇਹ ਆਮ ਨਹੀਂ, ਇਹ ਉਹਨਾਂ ਦੇ ਵਸ ਵਿੱਚ ਹੈ ਜਿਹੜੇ ਦੁਨੀਆ ਦੇ ਸ਼ਾਹੂਕਾਰ, ਬੜੇ ਬੜੇ ਅਰਬਾਂਪਤੀ ਔਰ ਰਾਜੇ ਮਹਾਰਾਜੇ, ਉਹਨਾਂ ਦੇ ਵਸ ਵਿੱਚ। ਹਾਂਜੀ। भोग विलास हुकूमत जग की, तन और हाकम के बस रहती। हाकम सेवा तुम कस करते, तन और मान बढ़ाई लेते। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਅਸੀਂ ਹਾਕਮਾਂ ਦੀ ਸੇਵਾ ਕਿਸ ਵਾਸਤੇ ਕਰਦੇ ਹਾਂ, ਕਿਸ ਵਾਸਤੇ ਉਹਨਾਂ ਦੀ ਖੁਸ਼ਾਮਦ ਕਰਦੇ ਹਾਂ ਕਿ ਧਨ ਪਦਾਰਥ ਵਾਸਤੇ, ਮਾਣ ਵਡਿਆਈ ਵਾਸਤੇ। ਸਾਡੇ ਪਾਸ ਵੀ ਇਹ ਚੀਜ਼ ਹੋਵੇ ਔਰ ਸਾਡੀ ਵੀ ਮਾਣ ਵਡਿਆਈ ਹੋਵੇ। ਇਸ ਵਾਸਤੇ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਔਰ ਉਹਨਾਂ ਦੇ ਮੁਤਾਜ ਚੱਲਦੇ ਹਾਂ। ਜੋ ਵੀ ਉਹ ਕੰਮ ਦੱਸਦੇ ਆ ਅਸੀਂ ਉਹ ਕਰਦੇ ਹਾਂ। ਹਾਂਜੀ। हाकम सेवा तुम कस करते, तन और मान बढ़ाई लेते। आज्ञा उसकी अस सिर तरते, खान पान निद्रा भी तजते। ਇਹ ਗੁਰੂ ਸਾਹਿਬ ਜੀ ਸਾਨੂੰ ਦੁਨੀਆ ਦੀ ਮਿਸਾਲ ਦੇ ਰਹੇ ਹੈ ਕਿ ਇਸ ਚੀਜ਼ ਵਾਸਤੇ ਅਸੀਂ ਖਾਣਾ ਪੀਣਾ ਵੀ ਤਿਆਗਦੇ ਹਾਂ, ਨੀਂਦਰੇ ਵੀ ਕੱਟਦੇ ਹਾਂ ਔਰ ਕਈ ਮੁਸ਼ਕਲਾਂ ਸਾਨੂੰ ਆਉਂਦੀਆਂ ਨੇ, ਕਰਦੇ ਹਾਂ। ਕਿਸ ਵਾਸਤੇ? ਉਸ ਧਨ ਪਦਾਰਥ ਵਾਸਤੇ ਜੋ ਸਾਨੂੰ ਸਤਿਗੁਰ ਦੱਸਦਾ ਹੈ ਭਜਨ ਸਿਮਰਨ ਵਾਸਤੇ। ਇਸ ਵਾਸਤੇ ਸਾਨੂੰ ਨੀਂਦਰਾ ਵੀ ਨਹੀਂ ਔਰ ਮੁਸ਼ਕਲ ਵੀ ਨਹੀਂ। ਅਸੀਂ ਕੋਈ ਵੀ ਚੀਜ਼ ਜਿਹੜੀ ਅਸੀਂ ਕਹਿੰਦੇ ਹਾਂ ਕਿ ਸਭ ਕੁਝ ਸਾਨੂੰ ਐਵੇਂ ਹੀ ਮਿਲ ਜਾਏ।
ਐਵੇਂ ਮਿਲ ਜਾਏ, ਮੁਫਤ ਮਿਲ ਜਾਏ। ਔਰ ਇਸ ਤਨ ਵਾਸਤੇ, ਦੁਨੀਆ ਦੇ ਧਨ ਵਾਸਤੇ ਅਸੀਂ ਕੀ ਕੁਛ ਕਰਦੇ ਹਾਂ। ਜੋ ਵੀ ਸਾਨੂੰ ਹਾਕਮ ਕਹਿੰਦੇ ਆ ਸੋ ਅਸੀਂ ਕਰਦੇ ਹਾਂ, ਜੋ ਸਾਨੂੰ ਹਕੂਮਤ ਕਹਿੰਦੀ ਹੈ ਸੋ ਕਰਦੇ ਹਾਂ, ਨੀਂਦਰੇ ਵੀ ਕਰਦੇ ਹਾਂ। ਹੁਣ ਤੁਸੀਂ ਦੇਖੋ, ਕਈ ਵਾਰ ਹਜ਼ੂਰ ਇਹ ਮਿਸਾਲ ਦਿੰਦੇ ਹੁੰਦੇ ਸੀ ਕਿ ਫੌਜ ਦੇ ਵਿੱਚ ਉਸ ਧਨ ਵਾਸਤੇ ਐਸੀ ਐਸੀ ਜਗ੍ਹਾ 'ਤੇ ਫੌਜ ਗਈ ਹੈ ਕਿ ਜਿੱਥੇ ਬਿਲਕੁਲ ਹੀ ਪਹਾੜਾਂ ਦੇ ਵਿੱਚ ਬਰਫ਼ ਪਈ ਹੈ ਔਰ ਮੂੰਹ ਨਹੀਂ ਬਾਹਰ ਨਿਕਲ ਸਕਦਾ। ਖਾਣਾ ਪੀਣਾ ਵੀ ਜਿਹੜਾ ਹੈ, ਇੱਕ ਵਾਰ ਸਾਨੂੰ ਇੱਕ ਸਿਪਾਹੀ ਨੇ ਦੱਸਿਆ ਕਿ ਸਾਡੇ ਪਾਸ ਸਬਜ਼ੀ ਗਈ, ਇਹ ਜਿਹੜਾ ਕੱਦੂ ਹੁੰਦਾ ਹੈ, ਵੱਡਾ ਕੱਦੂ, ਇਹ ਸਬਜ਼ੀ ਗਈ। ਅਸੀਂ ਬੜੇ ਖੁਸ਼ ਹੋਏ ਅਸੀਂ ਦੇਖ ਕੇ ਇਹਨੂੰ ਬੜੇ ਖੁਸ਼ ਹੋਏ, ਪਰ ਅਸੀਂ ਉਹਨੂੰ ਬੜਾ ਕੁਹਾੜੀਆਂ ਨਾਲ ਵੱਢਿਆ। ਇੰਨਾ ਉੱਥੇ ਠਾਂਡੇ ਦੇ ਨਾਲ ਪੱਥਰ ਬਣ ਗਿਆ ਕਿ ਸਾਨੂੰ ਮੁਸ਼ਕਿਲ ਹੋ ਗਿਆ ਉਹਨੂੰ ਖਾਣਾ ਵੀ। ਸਵਾਮੀ ਜੀ ਮਹਾਰਾਜ ਇਹ ਤਜਰਬੇ ਦੱਸ ਰਹੇ ਹੈ ਸਾਨੂੰ ਕਿ ਇਸ ਤਨ ਪਦਾਰਥ ਵਾਸਤੇ ਅਸੀਂ ਕੀ ਕੁਛ ਨਹੀਂ ਕਰਦੇ ਹੈਗੇ। ਅਤੇ ਸੰਤ ਮਹਾਂਪੁਰਖ ਸਾਨੂੰ ਭਜਨ ਸਿਮਰਨ ਦੱਸਦੇ ਹੈ, ਇਹਦੇ ਵਾਸਤੇ ਸਾਨੂੰ ਨੀਂਦ ਵੀ ਆ ਜਾਂਦੀ ਹੈ, ਆਲਸ ਵੀ ਆ ਜਾਂਦਾ ਹੈ, ਮੁਸ਼ਕਿਲ ਵੀ ਅਸੀਂ ਬੜਾ ਸਮਝਦੇ ਹਾਂ ਕਿ ਸਾਨੂੰ ਬਹੁਤ ਮੁਸ਼ਕਿਲ ਹੈਗਾ ਭਜਨ ਕਰਨਾ। ਬਹੁਤ ਸਾਰੇ ਲੋਕ ਇਹੀ ਸਾਨੂੰ ਰਿਪੋਰਟਾਂ ਦੇ ਕਿ ਸਾਡੇ ਕੋਲੋਂ ਭਜਨ ਨਹੀਂ ਹੁੰਦਾ ਵੇ। ਤਾਂ ਕਈਆਂ ਨੂੰ ਦੱਸੀਦਾ ਵੀ ਬਾਕੀ ਦੇ ਵਿੱਚ ਕੰਮ ਹੁੰਦਾ ਹੀ ਹੈ ਨਾ, ਰੋਟੀ ਪਾਣੀ ਵੀ ਅਸੀਂ ਛਕਦੇ ਹਾਂ, ਹੋਰ ਵੀ ਅਸੀਂ ਦੁਨੀਆ ਦਾ ਕੰਮ ਕਰਦੇ ਹਾਂ। ਭਜਨ ਕਿਹੜਾ ਕਰ ਔਖਾ ਹੈ। ਜੰਗਲਾਂ 'ਚ ਨਹੀਂ ਜਾਣਾ, ਕਿਸੇ ਤੁਸੀਂ ਤਪੱਸਿਆ ਨਹੀਂ ਕਰਨੀ, ਕੋਈ ਧੂਣੀਆਂ ਨਹੀਂ ਤਾਣੀਆਂ। ਸਹਿਜ ਮਤ ਯੋਗ ਜਿਹੜੇ ਸੰਤ ਮਹਾਂਪੁਰਖ ਆਏ ਹੈ, ਉਹਨਾਂ ਨੇ ਬਹੁਤ ਸੁਖੱਲਾ ਸਾਨੂੰ ਦੱਸਿਆ, ਬਹੁਤ ਹੀ ਸੁਖੱਲਾ ਭਜਨ ਦੱਸਿਆ ਹੈ ਕਿ ਤੁਸੀਂ ਘਰ ਵਿੱਚ ਰਹਿਣਾ ਹੈ, ਖਾਣਾ ਪੀਣਾ ਹੈ, ਕੱਪੜੇ ਵੀ ਲਗਾਉਣੇ ਹੈ, ਆਪਣੇ ਘਰ ਵਿੱਚ ਬੈਠਣਾ ਹੈ, ਕਿਸੇ ਜੰਗਲਾਂ 'ਚ ਨਹੀਂ ਜਾਣਾ, ਕਿਸੇ ਪਹਾੜਾਂ 'ਚ ਨਹੀਂ ਜਾਣਾ। ਕੋਈ ਐਡੀ ਵੱਡੀ ਮੁਸ਼ਕਿਲ ਨਹੀਂ ਹੈਗੀ। 2-2.5 ਘੰਟੇ ਸੁਬਾਹ ਸ਼ਾਮ ਦੇ ਵੇਲੇ ਆਰਾਮ ਦੇ ਨਾਲ ਤੁਸੀਂ ਬੈਠੋ, ਕੋਈ ਐਡੀ ਵੱਡੀ ਮੁਸ਼ਕਿਲ ਨਹੀਂ। ਤਪੱਸਿਆ ਦੇ ਬਾਰੇ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਜਿਨ੍ਹਾਂ ਦਾ ਬਣਦਾ ਕੁਛ ਨਹੀਂ, ਉਹਨਾਂ ਦੇ ਬਾਰੇ ਦੇਖੋ ਤੁਸੀਂ ਉਹ ਕਿਤਨਾ ਕਠਿਨ ਕਰਦੇ। ਹਾਲੀ ਉਹਦੇ 'ਚ ਕੁਛ ਨਹੀਂ ਬਣ ਸਕਦਾ। ਤਪੋਂ ਰਾਜ ਰਾਜੋਂ ਨਰਕ, ਤਪੱਸਿਆ ਕੀਤੀ ਮੁਕਤੀ ਨਹੀਂ ਹੋਈ, ਬੜਾ ਬਣ ਗਿਆ, ਕੋਈ ਸ਼ਾਹੂਕਾਰ ਬਣ ਗਿਆ, ਰਾਜਾ ਮਹਾਰਾਜਾ ਬਣ ਗਿਆ। ਨਜਾਇਜ਼ ਕੰਮ ਹੋਏ, ਨਰਕਾਂ 'ਚ ਜਾਣਾ ਪਿਆ। 5 ਧੂਣੀਆਂ ਕਾਮ ਕ੍ਰੋਧ ਦੀਆਂ ਅੰਦਰ ਲੱਗੀਆਂ ਹੁੰਦੀਆਂ ਨੇ, 5 ਧੂਣੀਆਂ ਬਾਹਰ ਲਾ ਦਿੰਦੇ, ਉਹਨਾਂ ਦੇ ਵਿੱਚ ਬੈਠ ਜਾਂਦੇ। ਔਰ ਜਿਨ੍ਹਾਂ ਦਾ ਬਾਲਣ ਲਿਆ ਉਹਨਾਂ ਦੇ ਵੀ ਦੇਣਦਾਰ ਬਣ ਗਏ, ਜਿਨ੍ਹਾਂ ਦਾ ਖਾਣਾ ਖਾਧਾ ਉਹਨਾਂ ਦਾ ਵੀ ਦੇਣਦਾਰ ਬਣ ਗਏ, ਕਰਜ਼ਾ ਬਣ ਗਿਆ। ਇਹਨਾਂ ਨਾਲੋਂ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਗ੍ਰੀਸੀ ਲੋਕ ਜਿਹੜੇ ਹੈ ਉਹ ਫਿਰ ਵੀ ਚੰਗੇ ਹੈ, ਆਪਣੀ ਮਿਹਨਤ ਕਰਨਗੇ, ਮਿਹਨਤ ਕਰਕੇ ਖਾਣਗੇ, ਉਹਦੇ ਵਿੱਚੋਂ ਕੁਛ ਨਾ ਕੁਛ ਉਹ ਪਰਮਾਰਥ ਵੀ ਕਰਨਗੇ। ਉਹ ਲੈਣਦਾਰ ਬਣ ਜਾਂਦੇ ਆ, ਦੇਣਦਾਰ ਨਹੀਂ ਬਣਦੇ। ਅਤੇ ਕੁਛ ਨਾ ਕੁਛ ਉਹ ਮਾਲਕ ਦੇ ਪਾਸੇ ਧਿਆਨ ਰੱਖਣਗੇ। ਤਪੱਸੀਆਂ ਕੋਲੋਂ ਹਜ਼ੂਰ ਗ੍ਰੀਸੀ ਲੋਕਾਂ ਨੂੰ ਅੱਛਾ ਸਮਝਦੇ। ਤਪੱਸਿਆ ਕੀਤੀ, ਤਪੋਂ ਰਾਜ ਰਾਜੋਂ ਨਰਕ, ਕੀ ਫਾਇਦਾ ਹੋਇਆ? ਗ੍ਰੀਸੀ ਲੋਕ 5 ਧੂਣੀਆਂ ਨਾਲ ਸੜਨਗੇ, ਤਪੱਸੀ ਜਿਹੜਾ ਉਹ 10 ਧੂਣੀਆਂ ਦੇ ਨਾਲ ਸੜਦਾ ਹੈਗਾ। 5 ਕਾਮ ਕ੍ਰੋਧ ਦੀਆਂ ਅੰਦਰ ਲੱਗੀਆਂ ਨੇ ਔਰ 5 ਉਹਨੇ ਬਾਹਰ ਲਾ ਲਈਆਂ। ਜਿਹਦਾ ਬਾਲਣ ਲਿਆ ਉਹਦੇ ਵੀ ਦੇਣਦਾਰ ਬਣ ਗਏ, ਜਿਹਦਾ ਖਾਣਾ ਖਾਧਾ ਉਹਦਾ ਵੀ ਦੇਣਦਾਰ ਬਣ ਗਏ। ਗ੍ਰਸਤੀ ਜਿਹੜਾ ਹੈ ਉਹ ਆਪਣੀ ਮਿਹਨਤ ਕਰੇਗਾ, ਮਿਹਨਤ ਕਰਕੇ ਖਾਏਗਾ, ਉਹਦੇ ਵਿੱਚੋਂ ਕੁਛ ਨਾ ਕੁਛ ਉਹ ਦਾਨ ਪੁੰਨ ਕਰੇਗਾ, ਪਰਮਾਰਥ ਕਰੇਗਾ, ਉਹ ਲੈਣਦਾਰ ਬਣ ਜਾਏਗਾ। ਇਸ ਵਾਸਤੇ ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ, ਸਾਨੂੰ ਇਸ਼ਾਰਾ ਮਾਇਆ ਦਾ ਦੇ ਰਿਹਾ ਕਿ ਅਸੀਂ ਉਸ ਝੂਠੀ ਮਾਇਆ ਵਾਸਤੇ ਹਾਕਮਾਂ ਦੇ ਮੁਹਤਾਜ ਹੋ ਜਾਂਦੇ ਹਾਂ। ਜੇ ਸਾਨੂੰ ਕਹਿਣ ਸਾਰੀ ਰਾਤ ਜਾਗਣਾ ਅਤੇ ਜਾਗਣਾ, ਪਹਿਰਾ ਦੇਣਾ ਹੈ।
ਜੇ ਖਾਣ ਪੀਣ ਦਾ ਵੀ ਨਾ ਸਾਨੂੰ ਟਾਈਮ ਲੱਗਦਾ ਤੇ ਨਾ ਹੀ ਲੱਗੇ। ਕਿਸ ਵਾਸਤੇ? ਉਸ ਮਾਇਆ ਵਾਸਤੇ ਕਿ ਸਾਨੂੰ ਵੀ ਕੋਈ ਬੜਾ ਕਵੇ, ਸਾਡੀ ਵੀ ਕੋਈ ਮਾਣ ਵਡਿਆਈ ਕਰੇ। ਹਜ਼ੂਰ ਇਹ ਬਾਹਰ ਦਾ ਇਸ਼ਾਰਾ ਦੇ ਰਿਹਾ ਹੈ। ਔਰ ਸੰਤ ਕਹਿੰਦੇ ਕਿ ਭਜਨ ਕਰ। ਭਜਨ ਵਾਸਤੇ ਸਾਨੂੰ ਨੀਂਦ ਵੀ ਆ ਜਾਂਦੀ ਹੈ, ਆਲਸ ਵੀ ਆ ਜਾਂਦਾ ਹੈ, ਕਮਜ਼ੋਰੀ ਵੀ ਬਹੁਤ ਆ ਜਾਂਦੀ ਹੈ। ਹੋਰ ਵੀ ਅਸੀਂ ਕਈ ਸੋਚਾਂ ਸੋਚਦੇ ਹਾਂ ਭਜਨ ਵਾਸਤੇ, ਜਿਹਦੇ ਵਿੱਚੋਂ ਸਾਨੂੰ ਅਸਲ ਫਾਇਦਾ ਹੋਣਾ ਹੈ। ਹਾਂਜੀ। ਆਗਿਆ ਉਸਕੀ ਆਸ ਸਿਰ ਧਰ ਤੇ, ਖਾਨ ਪਾਨ ਨਿੰਦਰਾ ਵੀ ਤਜ ਤੇ, ਸੋ ਧਨ ਜੋੜ ਕੀਆ ਕਿਆ ਪਾਈ, ਜਗਤ ਲਾਜ में दिया लुटाई। ਗੁਰੂ ਸਾਹਿਬ ਜੀ ਉਸ ਧਨ ਦੇ ਬਾਰੇ ਫਰਮਾ ਰਹੇ ਹੈ ਕਿ ਜਿਹੜਾ ਧਨ ਤੂੰ ਮੁਸ਼ਕਲ ਨਾਲ ਜੋੜਦਾ ਹੈ, ਫਿਰ ਉਸ ਨੂੰ ਕੀ ਕੀਤਾ ਤੂੰ? ਲੋਕ ਲਾਜ ਦੇ ਵਿੱਚ, ਮਾਣ ਵਡਿਆਈ ਵਿੱਚ ਲਟਾ ਦਿੱਤਾ, ਬਣਿਆ ਕੁਛ ਨਹੀਂ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਦੁਬਈ ਵਿੱਚ ਹੋਟਲ ਨੇ, ਕਿਸੇ ਬੰਦੇ ਸਾਨੂੰ ਦੱਸਿਆ ਕਿ 70,000 ਰੁਪਇਆ ਇੱਕ ਰਾਤ ਦਾ ਸਿਰਫ ਇਹ ਕਮਰੇ ਦਾ ਕਿਰਾਇਆ। ਸੋਚੋ ਤੁਸੀਂ ਕਿ 70,000 ਰੁਪਇਆ ਐਵੇਂ ਬਣਦਾ ਹੈਗਾ, ਫਿਰ ਖਾਣਾ ਪੀਣਾ ਵੱਖਰਾ। ਕੀ ਫਾਇਦਾ ਹੋਇਆ ਉਸ ਮਾਇਆ ਤੋਂ? ਜਿਹੜੀ ਮਾਇਆ ਇਤਨੇ ਕੋਸ਼ਿਸ਼ ਕਰਕੇ, ਨੀਂਦਰੇ ਕੱਟ ਕੇ, ਭੁੱਖਾਂ ਕੱਟ ਕੇ, ਮਿਹਨਤ ਕਰਕੇ ਕਮਾਈ, ਕਿੱਥੇ ਲਾਈ ਅਸੀਂ? ਮਾਣ ਵਡਿਆਈ ਵਿੱਚ, ਲੋਕ ਲਾਜ ਵਿੱਚ ਉਡਾ ਦਿੱਤੀ, ਕੋਈ ਫਾਇਦਾ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਦਾਸੀ ਵਿੱਚ ਰਹਿੰਦੇ ਸਨ ਅਤੇ ਮਹਿਤੇ ਕਾਲੂ ਨੇ ਉਹਨਾਂ ਨੂੰ 20 ਰੁਪਈਏ ਦਿੱਤੇ ਕਿ ਜਾਓ ਕੋਈ ਖਰਾ ਸੌਦਾ ਕਰਕੇ ਆਓ। ਉਹਨਾਂ ਦਾ ਖਿਆਲ ਸੀ ਕਿ 20 ਦੇ 30 ਜਾਂ 40 ਬਣਾ ਕੇ ਲਿਆਉਣਗੇ, ਪਰ ਕੰਡਿਆਂ ਦੇ ਮੂੰਹ ਪਹਿਲਾਂ ਹੀ ਤਿੱਖੇ ਹੁੰਦੇ ਹੈ, ਉਹ ਘੜ ਕੇ ਨਹੀਂ ਬਣਦੇ। ਜਿਨ੍ਹਾਂ ਦੇ ਖਿਆਲ ਪਰਮਾਤਮਾ ਦੀ ਤਰਫ ਹੁੰਦੇ ਆ, ਉਹ ਬਚਪਨੇ ਤੋਂ ਹੀ ਲੱਗ ਹੁੰਦੇ ਆ। ਬਾਹਰ ਗਏ, ਦੇਖਿਆ ਕੋਈ ਸਾਧ ਮੰਡਲੀ ਬੈਠੀ ਸੀ, ਸੋਚਿਆ ਕਿ ਸਾਡੇ ਪਿਤਾ ਨੇ ਕਿਹਾ ਹੈ ਕਿ ਖਰਾ ਸੌਦਾ ਕਰਕੇ ਆਓ, ਜੇ ਅਸੀਂ ਇਹਨਾਂ ਨੂੰ ਅੰਨ ਪਾਣੀ ਲਿਆ ਕੇ ਖਵਾ ਦਈਏ ਅਤੇ ਇਹਦੇ ਨਾਲੋਂ ਹੋਰ ਖਰਾ ਸੌਦਾ ਕਿਹੜਾ ਹੈ? ਇਹਦੇ ਨਾਲੋਂ ਹੋਰ ਖਰਾ ਸੌਦਾ ਕਿਹੜਾ ਹੋ ਸਕਦਾ ਹੈ? ਬਾਜ਼ਾਰੋਂ ਅੰਨ ਪਾਣੀ ਲਿਆ ਕੇ ਉਹਨਾਂ ਨੂੰ ਰਾਸ਼ਨ ਪਾਣੀ ਦੇ ਦਿੱਤਾ, ਆਪ ਘਰ ਆ ਗਏ। ਮਹਿਤੇ ਕਾਲੂ ਨੇ ਚਪੇੜਾਂ ਵੀ ਮਾਰੀਆਂ ਉਹਨਾਂ ਨੂੰ, ਗੁੱਸੇ ਵੀ ਹੋਏ ਕਿ ਤੁਸੀਂ ਧਨ ਖਰਾਬ ਕਰ ਆਏ ਹੋ, ਲੇਕਿਨ ਉਹਨਾਂ ਨੇ ਖਰਾ ਸੌਦਾ ਕੀਤਾ ਕਿ ਜਿਹੜਾ ਸੌਦਾ ਅੱਜ ਵੀ ਉਹ ਕਿਤਨਾ ਵੱਧ ਰਿਹਾ ਹੈਗਾ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਅਸੀਂ ਜਿਹੜਾ ਧਨ ਜੋੜਿਆ, ਮਿਹਨਤ ਕੀਤੀ, ਨੀਂਦਰੇ ਕੱਟੇ, ਭੁੱਖਾਂ ਕੱਟੀਆਂ, ਉਹ ਫਿਰ ਲਾਇਆ ਕਿੱਥੇ ਅਸੀਂ? ਮਾਣ ਵਡਿਆਈ ਵਿੱਚ, ਲੋਕ ਲਾਜ ਦੇ ਵਿੱਚ ਉਸ ਨੂੰ ਅਸੀਂ ਲਾ ਦਿੱਤਾ। ਕਿਆ ਕਿਸੇ ਸਾਧ ਸੰਗਤ ਵਿੱਚ ਖਰਚਿਆ? ਕਿਸੇ ਰਾਹ ਰਸਤੇ 'ਤੇ ਲਗਾਇਆ ਜਿਹੜਾ ਤਮਾਮ ਜੀਵਾਂ ਨੂੰ ਕਿਤੇ ਫਾਇਦਾ ਹੋਊਗਾ, ਜਾਂ ਕਿਸੇ ਸਾਧ ਸੰਗਤ ਵਿੱਚ ਖਰਚਿਆ ਜਿਹੜਾ ਕੋਈ ਖਾ ਕੇ ਭਜਨ ਕਰੇਗਾ ਅਤੇ ਉਹ ਭਜਨ ਦਾ ਉਹਨੂੰ ਵੀ ਹਿੱਸਾ ਮਿਲੇਗਾ? ਕਿੱਥੇ ਖਰਚਿਆ ਸੀ ਉਸ ਨੂੰ? ਐਵੇਂ ਡਾ ਦਿੱਤਾ, ਕੋਈ ਫਾਇਦਾ ਨਹੀਂ ਉਸ ਦਾ ਹੋਇਆ। ਇਹ ਸਵਾਮੀ ਜੀ ਮਹਾਰਾਜ ਸਾਨੂੰ ਬਾਹਰ ਦੀਆਂ ਮਿਸਾਲਾਂ ਦੇ ਕੇ ਸਮਝਾ ਰਹੇ ਹੈ ਕਿ ਇਸ ਧਨ ਦਾ ਫਾਇਦਾ ਕੋਈ ਨਹੀਂ, ਔਰ ਜੋ ਸਤਿਗੁਰ ਦੱਸਦੇ ਆ ਸਾਨੂੰ, ਉਹਦੇ ਵਾਸਤੇ ਅਸੀਂ ਬਿਲਕੁਲ ਆਲਸੀ ਵੀ, ਨੀਂਦਰੇ ਵੀ ਸਾਨੂੰ ਆ ਜਾਂਦੇ ਆ, ਕਮਜ਼ੋਰੀ ਵੀ ਆ ਜਾਂਦੀ ਹੈ, ਟਾਈਮ ਵੀ ਨਹੀਂ ਲੱਗਦਾ। ਉਹਦੇ ਵਾਸਤੇ ਅਸੀਂ ਕੁਝ ਨਹੀਂ ਜਿਹਦਾ ਸਾਨੂੰ ਅਸਲ ਫਾਇਦਾ ਮਿਲਣਾ ਹੈ। ਹਾਂਜੀ। ਸੋ ਧਨ ਜੋੜ ਕੀਆ ਕਿਆ ਪਾਈ,
जगत लाज में दिया उड़ाई, सो जग की गत पहले पाखी, चार दिना फिर है नहीं बाकी। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਅਸੀਂ ਜਗਤ ਦੀ ਤੁਹਾਨੂੰ ਚਾਲ ਦੱਸ ਦਿੱਤੀ ਹੈ ਕਿ ਕੀ ਹੋ ਰਿਹਾ ਜਗਤ ਵਿੱਚ। ਭਾਈ 4 ਦਿਨ ਦਾ ਤੇ ਸਾਡਾ ਕੋਈ ਵਾਅਦਾ ਨਹੀਂ ਹੈਗਾ, ਕੁਛ ਵੀ ਨਹੀਂ ਹੈਗੀ। ਸਾਡੀ ਉਮਰ ਕੀ ਹੈ? 4 ਦਿਨ ਕੀ ਚਾਂਦਨੀ ਫੇਰ ਹਨੇਰੀ ਰਾਤ। ਕੀ ਪਤਾ ਹੈ ਅਸੀਂ ਕਿਸ ਵਕਤ ਚਲੇ ਜਾਣਾ, ਕਿਸ ਵਕਤ ਰਹਿਣਾ ਹੈਗਾ। ਜੋ ਅਸੀਂ ਉਸ ਧਨ ਨੂੰ ਖਰਚਿਆ ਉਹਦਾ ਫਾਇਦਾ ਕੀ ਹੋਇਆ? ਕੀ ਲੋਕ ਇਲਾਜ ਦੇ ਵਿੱਚ ਸਾਨੂੰ ਮਿਲ ਜਾਏਗਾ? ਉਹੀ ਜੋ ਗੁਰੂ ਸਾਹਿਬ ਜੀ ਫਰਮਾਉਂਦੇ, ਤਪੱਸਿਆ ਕੀਤੀ ਤਪੋਂ ਰਾਜ ਰਾਜੋ ਨਰਕ। ਤਪੱਸਿਆ ਕਰ ਲਈ, ਧਨ ਖਰਚ ਲਿਆ, ਲੈਣ ਦਾ ਉਹਦਾ ਇਰਾਦਾ ਬਣਾ ਲਿਆ। ਅਸੀਂ ਜੋ ਵੀ ਖਰਚਦੇ ਹਾਂ ਇਸ ਤਰੀਕੇ ਨਾਲ ਹੀ ਸਾਡਾ ਇਰਾਦਾ ਵੀ ਇਹ ਹੁੰਦਾ ਕਿ ਅਸੀਂ ਕਿਸੇ ਯੁੱਗ ਵਿੱਚ ਇਹਦਾ ਫਾਇਦਾ ਲੈਵਾਂਗੇ। ਤਾਂ ਸਾਨੂੰ ਫਿਰ ਜਨਮ ਲੈਣਾ ਪਏਗਾ, ਜਨਮ ਲੈ ਕੇ ਫਿਰ ਸਾਨੂੰ ਉਹਦਾ ਫਾਇਦਾ ਲੈਣਾ ਪਏਗਾ। ਸਾਡੀ ਮੁਕਤੀ ਤਾਂ ਨਹੀਂ ਹੋਈ। ਕੀ ਪਤਾ ਅਸੀਂ ਕਿਹੜੇ ਜਨਮ ਵਿੱਚ ਫਾਇਦਾ ਲਈਏ। ਕਿਆ ਪਸ਼ੂਆਂ ਦੇ ਜਨਮ ਵਿੱਚ ਫਾਇਦਾ ਲਈਏ ਜਾਂ ਕਿਸੇ ਪਰਿੰਦਿਆਂ ਦੇ ਜਨਮ ਵਿੱਚ ਫਾਇਦਾ ਲਈਏ ਜਾਂ ਕਿਸੇ ਹੋਰ ਚੀਜ਼ ਵਿੱਚ ਜਨਮ ਲੈ ਕੇ ਉਸ ਆਪਣਾ ਜੋ ਦਿੱਤਾ ਹੈ ਉਹਦਾ ਲਈਏ। ਕਈ ਵਾਰੀ ਅਸੀਂ ਸੋਚਿਆ ਸਾਡੇ ਕੋਲ ਬਖਤਾਂ ਹੈਗੀਆਂ, ਉਹ ਕਿੰਨੀਆਂ ਬੜੀਆਂ ਇਕੱਠੀਆਂ ਹੋਈਆਂ, ਰੋਜ਼ ਦਾ ਟੋਕਰਾ ਰੋਟੀ ਖਾਂਦੀਆਂ ਨੇ। ਅਸੀਂ ਸੋਚਦੇ ਹਾਂ ਵੀ ਇਹਨਾਂ ਵੀ ਕਿਸੇ ਵਕਤ ਦਾ ਇਹ ਦਾਨ ਕੀਤਾ ਹੈਗਾ ਅਤੇ ਇਹਨਾਂ ਦੀ ਖਾਸ਼ ਹੈ ਲੈਣ ਦੀ, ਅਤੇ ਅਸੀਂ ਇਹਨਾਂ ਨੂੰ ਦੇਣ ਡਏ ਹਾਂ। ਲੇਕਿਨ ਜਨਮ ਸਮਾਪਤ ਨਹੀਂ ਹੋਇਆ, ਮੁਕਤੀ ਨਹੀਂ ਹੋਈ। ਰੋਟੀਆਂ ਖਾ ਲਈਆਂ, ਹੋਰ ਜੀਵ ਜਿਹੜੇ ਆ ਉਹ ਜੀਵ ਹੋਰ ਖਾਂਦੇ ਹੈ, ਉਹ ਮਜ਼ੇ ਦੀਆਂ ਰੋਟੀਆਂ ਖਾ ਰਹੀਆਂ, ਐਂ ਮਜ਼ੇ ਨਾਲ ਆਪਣੇ ਬੈਠੀਆਂ, ਨਾਲੇ ਤਾਜ਼ਾ ਪਾਣੀ ਪੀਣ ਡਈਆਂ ਅਤੇ ਰੋਟੀਆਂ ਵੀ ਖਾਣੀਆਂ। ਹੋਰ ਕੌਣ ਵਕਤਾਂ ਰੋਟੀਆਂ ਪਾਉਂਦਾ ਹੈਗਾ। ਕਈ ਵਾਰ ਸੋਚਿਆ ਵੀ ਇਹਨਾਂ ਕਿਸੇ ਵਕਤ ਦਾ ਇਹ ਕੰਮ ਕੀਤਾ ਅਤੇ ਇਸ ਜਨਮ ਵਿੱਚ ਲੈ ਰਹੇ ਹੈ, ਉਹ ਅਸੀਂ ਦੇ ਰਹੇ ਹਾਂ, ਲੇਕਿਨ ਮੁਕਤੀ ਨਹੀਂ। ਕੋਈ ਵੀ ਅਸੀਂ ਜੋ ਕਰਦੇ ਹਾਂ ਉਹਦਾ ਅਸੀਂ ਇਰਾਦਾ ਰੱਖਦੇ ਹਾਂ ਲੈਣ ਦਾ, ਅਤੇ ਸੰਤ ਕੀ ਕਹਿੰਦੇ ਆ ਕਿ ਇੱਕ ਹੱਥ ਤੇਰਾ ਕਰਦਾ, ਦੂਜੇ ਨੂੰ ਪਤਾ ਨਹੀਂ ਹੋਣਾ ਚਾਹੀਦਾ। ਤੈਨੂੰ ਸੋਚ ਹੀ ਨਹੀਂ ਹੋਣੀ ਚਾਹੀਦੀ ਇਹ ਲੈਣ ਦੀ, ਤਾਂ ਕਿ ਜੇ ਤੂੰ ਲੈਣ ਦੀ ਸੋਚ ਕਰੇਗਾ ਫਿਰ ਤੈਨੂੰ ਜਨਮ ਲੈਣਾ ਪਏਗਾ। ਜੇ ਜਨਮ ਲੈਣਾ ਪਏਗਾ, ਪਤਾ ਨਹੀਂ ਕਿਹੜਾ ਜਨਮ ਵਿੱਚ ਲਏਗਾ ਤੂੰ, ਆ ਕਿਹੜਾ ਜਨਮ ਆ ਜਾਏਗਾ, ਕੀ ਫਾਇਦਾ ਹੋਇਆ ਉਸ ਦਾ। ਹਾਂਜੀ। सो जग की गत पहले पाखी, चार दिना फिर है नहीं बाकी। सो तन कारण हाकम सेवा, ऐसी करते क्या कहूँ पेवा। ਐ ਪੁਰਸ਼ ਜਿਸ ਧਨ ਵਾਸਤੇ ਤੂੰ ਹਾਕਮਾਂ ਦੀ ਸੇਵਾ ਕਰਦਾ ਹੈ, ਉਸ ਧਨ ਨੂੰ ਲਾਇਆ ਕਿੱਥੇ ਹੈ? ਕਿੱਥੇ ਤੂੰ ਖਰਚਿਆ ਹੈ? ਕੀ ਉਸ ਦਾ ਤੈਨੂੰ ਫਾਇਦਾ ਹੋਇਆ ਹੈ? ਜੇ ਲੋਕ ਇਲਾਜ ਵਿੱਚ ਲਗਾ ਦਿੱਤਾ ਅਤੇ ਨਾਲ ਖਾਸ਼ਾ ਰੱਖੀ ਉਸ ਦੇ ਲੈਣ ਦੀ, ਜੇ ਖਾਸ਼ਾ ਰੱਖੀ ਹੈ ਤਾਂ ਫਿਰ ਤੈਨੂੰ ਫਿਰ ਆਉਣਾ ਪਏਗਾ ਲੈਣ ਵਾਸਤੇ, ਜਨਮ ਲੈਣਾ ਪਏਗਾ। ਸੰਤ ਮਹਾਂਪੁਰਖ ਜਦ ਜਦ ਵੀ ਦੁਨੀਆ 'ਚ ਆਉਂਦੇ ਹੈ, ਉਹ ਇਹੋ ਹੀ ਕਹਿੰਦੇ ਆ, ਤੂੰ ਖਾਸ਼ ਨੂੰ ਖਤਮ ਕਰ, ਖਾਸ਼ ਨਾ ਰੱਖ, ਕਿਸੇ ਵੀ ਚੀਜ਼ ਦੀ ਖਾਸ਼ ਨਾ ਰੱਖ, ਸਿਰਫ ਇੱਕ ਖਾਸ਼ ਰੱਖ, ਆਪਣੇ ਪ੍ਰਭੂ ਦੇ ਮਿਲਣ ਦੀ, ਆਪਣੇ ਮਾਲਕ ਦੇ ਮਿਲਣ ਦੀ ਖਾਸ਼ ਰੱਖ, ਔਰ ਕਿਸੇ ਚੀਜ਼ ਦੀ ਖਾਸ਼ ਨਾ ਰੱਖ। ਜੇ ਤੂੰ ਕਿਸੇ ਲੈਣ ਦੇਣ ਦੀ ਖਾਸ਼ ਰੱਖੇਗਾ ਫਿਰ ਤੈਨੂੰ ਜਨਮ ਲੈਣਾ ਪੈਣਗੇ।
ਆਉਣਾ ਪਏਗਾ। ਪਤਾ ਨਹੀਂ ਕਿਸ ਜਨਮ ਵਿੱਚ ਤੂੰ ਆਏਗਾ, ਕਿਹੜਾ ਜਨਮ ਹੋਏਗਾ ਜਿਹਦੇ ਵਿੱਚ ਆ ਕੇ ਲਏਗਾ। ਹਾਂਜੀ। ਸੋ ਤਨ ਕਾਰਨ ਹਾਕਮ ਸੇਵਾ, ऐसी करते क्या कहूँ पेवा। गुर सेवा जो सदा सहाई, ताको ऐसी पीठ दिखाई। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਿਹੜੀ ਸਤਿਗੁਰ ਦੀ ਸੇਵਾ ਹੈ ਉਹ ਸਦਾ ਹੀ ਵਾਸਤੇ ਸਹਾਈ, ਸਦਾ ਹੀ ਵਾਸਤੇ ਫਾਇਦੇਮੰਦ ਹੈ। ਪਰ ਉਧਰ ਤੂੰ ਪਿੱਠ ਕਰ ਦਿੱਤੀ, ਮੂੰਹ ਦੂਜੇ ਪਾਸੇ ਕਰ ਦਿੱਤਾ, ਜਿੱਧਰ ਤੈਨੂੰ ਮਿਲਣਾ ਕੁਛ ਨਹੀਂ, ਜਿੱਧਰ ਤੈਨੂੰ ਦੁੱਖ ਹੀ ਦੁੱਖ ਮਿਲਣਾ ਹੈ ਉਧਰ ਤੂੰ ਮੂੰਹ ਕਰ ਦਿੱਤਾ ਹੈ ਔਰ ਸਤਿਗੁਰ ਵੱਲ ਪਿੱਠ ਕਰ ਦਿੱਤੀ। ਹਾਂਜੀ। गुर सेवा जो सदा सहाई, ताको ऐसी पीठ दिखाई। दिन नहीं पख मास नहीं बरसा, कभी न दर्शन को मन तरसा। ਐ ਪੁਰਸ਼ ਕਦੀ ਵੀ ਤੇਰੇ ਦਿਲ ਵਿੱਚ ਤਰਸ ਨਹੀਂ ਆਇਆ, ਕਦੀ ਵੀ ਤੇਰੇ ਦਿਲ ਵਿੱਚ ਖਾਸ਼ ਨਹੀਂ ਆਈ ਕਿ ਮੈਂ ਆਪਣੇ ਮਬੂਦ ਦੇ, ਆਪਣੇ ਸਤਿਗੁਰ ਦੇ ਦਰਸ਼ਨ ਕਰਾਂ, ਜਿਹਦੇ ਤੋਂ ਮੈਨੂੰ ਫਾਇਦਾ ਮਿਲੇ। ਇਹ ਕਦੇ ਵੀ ਤੇਰੇ ਵਿੱਚ ਖਾਸ਼ ਨਹੀਂ ਆਉਂਦੀ ਹੈਗੀ। ਹਾਂਜੀ। दिन नहीं पख मास नहीं बरसा, कभी न दर्शन को मन तरसा। कहूँ कैसे तुम्हारा उद्धारा, नरक निवास दुख चौतारा। स्वामी जी महाराज बड़े प्यार दे नाल फरमा रहे है कि मैं की कमां, किस तरह तेरा उद्धार होएगा। इन्हां कम्मां दे नाल तेरा उद्धार नहीं हो सकता, तैनूं नरकां दे विच ही जाना पएगा और नरकां दी अगन विच सड़ना पएगा। संत जो कुछ भी बाणी च फरमाउंदे है वो दुनिया के तजर्बे करके देख के हर काम दे विच उन्हां देखना है कि इस काम च की फायदा है, की नुकसान है। जद जद भी संत महापुरख आउंदे है साडा फायदा और नुकसान ही सोचते हैं कि किस काम दे विच इहनूं फायदा होना है और किस विच नुकसान है। नुकसान सानू दस रहे है कि जो तू काम करदा है ये तेरा फायदा कोई नहीं, तैनूं नरकां विच जाना पएगा और नरकां दी अगन विच सड़ना पएगा, तेरा उद्धार नहीं हो सकता। हाँ जी। कहूँ कैसे तुम्हारा उद्धारा, नरक निवास दुख चौतारा। उस दुख में कहूँ कौन सहाई, गुर से प्रीत ना करी बनाई। स्वामी जी महाराज बड़े प्यार दे नाल फरमा रहे है कि ऐ प्यारे वो जड़ा तैनूं दुख उत्थे आउणा है उत्थे तेरा सहाई कौन होएगा। जिन्हां वास्ते तूं वो काम कीते है वो तो दुनिया च रह गए, वो तो सज्जन मित्र साडे दुनिया च रह जांदे है। वो दुख सानूं कलियां नूं भुगतना पैना है,
ਜਿਸ ਤਰ੍ਹਾਂ ਸਾਈਂ ਬੁੱਲ੍ਹੇ ਸ਼ਾਹ ਨੇ ਬਾਣੀ 'ਚ ਫਰਮਾਇਆ ਹੈ, ਬੋਲਿਆ ਇਹ ਜੋ ਤੇਰੀ ਮਾਸੀ ਫੁੱਫੀ ਤੇਰੇ ਨਾਲ ਨਾ ਕੋਈ ਜਾਸੀ, ਇਹ ਸਭ ਕਜੀਆ ਤੈਨੂੰ ਪੈਸੀ। ਸਾਈਂ ਬੁੱਲ੍ਹੇ ਸ਼ਾਹ ਨੇ ਕਿਹਾ ਕਿ ਇਹ ਜਿਹੜੇ ਅਸੀਂ ਦੁਨੀਆ ਦੇ ਕਾਰ ਵਿਹਾਰ ਕਰਦੇ ਹਾਂ, ਦੁਨੀਆ ਦੀਆਂ ਠੱਗੀਆਂ ਫਰੇਬਕਾਰੀਆਂ ਕਰਦੇ ਹਾਂ ਸੱਜਣਾ ਮਿੱਤਰਾਂ ਵਾਸਤੇ, ਇਹ ਸਾਰੇ ਇੱਥੇ ਰਹਿ ਜਾਣੇ ਹੈ, ਔਰ ਸਾਨੂੰ ਮੁਸ਼ਕਿਲ ਜਿਹੜੀ ਆਉਣੀ ਹੈ ਉਹ ਸਾਨੂੰ ਇਕੱਲਿਆਂ ਨੂੰ ਆਉਣੀ। ਸਵਾਮੀ ਜੀ ਮਹਾਰਾਜ ਬੜੇ ਪਿਆਰ ਦੇ ਨਾਲ ਸਾਨੂੰ ਸਮਝਾ ਰਹੇ ਹੈ, ਬੜੇ ਤਰੀਕੇ ਨਾਲ ਸਮਝਾ ਰਹੇ ਹੈ ਕਿ ਜਿਹੜਾ ਤੂੰ ਧਨ ਜੋੜਿਆ ਉਹ ਕਿੱਥੇ ਲਾਇਆ। ਪਿੱਛੇ ਤੁਹਾਨੂੰ ਦੱਸਿਆ ਹੈ ਕਿ 70,000 ਰੁਪਇਆ ਐਵੇਂ ਨਹੀਂ ਬਣਦਾ। ਕਿਸੇ ਦੀਆਂ ਠੱਗੀਆਂ ਫਰੇਬਕਾਰੀਆਂ ਜਾਂ ਕਿਸੇ ਦੇ ਹੱਕ ਛੀਨੇ ਹੋਣਗੇ। ਜਿਸ ਬੰਦੇ ਨੇ ਇੱਕ ਕਮਰੇ ਦਾ ਕਿਰਾਇਆ 70,000 ਰੁਪਇਆ ਦੇਣਾ ਹੈ, ਉਹਨੇ ਮਿਹਨਤ ਨਹੀਂ ਕੀਤੀ, ਪਤਾ ਨਹੀਂ ਕਿਹਨੂੰ ਕਿਹਨੂੰ ਠੱਗਿਆ ਅਤੇ ਕੀ ਕੋਈ ਕਲੇਸ਼ ਕੀ ਕੀਤਾ ਹੈਗਾ, ਫਿਰ ਉਸ ਦਾ ਫਾਇਦਾ ਕੀ ਲਿਆ। 70,000 ਇੱਕ ਰਾਤ ਦਾ ਕਿਰਾਇਆ ਅਤੇ ਖਾਣਾ ਪੀਣਾ ਵੱਖਰਾ, ਕੀ ਖੱਟੇਗਾ ਉਹਦੇ ਵਿੱਚੋਂ। ਸਵਾਮੀ ਜੀ ਮਹਾਰਾਜ ਜੋ ਕੁਛ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ ਕਿ ਜਿਹੜਾ ਧਨ ਤੂੰ ਜੋੜਿਆ ਉਹ ਲੋਕ ਲਾਜ ਦੇ ਵਿੱਚ ਉਡਾ ਦਿੱਤਾ, ਲੋਕ ਲਾਜ ਦੇ ਵਿੱਚ ਉਡਾ ਦਿੱਤਾ, ਫਿਰ ਤੈਨੂੰ ਉਹਦਾ ਫਾਇਦਾ ਕੀ ਮਿਲਣਾ ਹੈ? ਨਰਕ। ਔਰ ਨਰਕਾਂ ਦੇ ਵਿੱਚ ਤੈਨੂੰ ਸੜਨਾ ਪਏਗਾ। ਜਿਹੜੀ ਉੱਥੇ ਤੈਨੂੰ ਮੁਸ਼ਕਿਲ ਆਉਣੀ ਹੈ, ਕੌਣ ਤੇਰਾ ਸਹਾਈ ਹੋਏਗਾ? ਜਿਸ ਨੇ ਤੇਰੇ ਸਹਾਈ ਹੋਣਾ ਹੈ ਉਹਦੇ ਨਾਲ ਤੂੰ ਪ੍ਰੀਤੀ ਨਹੀਂ ਕੀਤੀ, ਉਹਨੂੰ ਤੂੰ ਸਮਝਿਆ ਹੀ ਨਹੀਂ, ਉਹਦੇ ਰਾਹ 'ਤੇ ਤੂੰ ਚੱਲਿਆ ਹੀ ਨਹੀਂ, ਜਿਸ ਨੇ ਤੇਰੀ ਉੱਥੇ ਵੀ ਮਦਦ ਕਰਨੀ ਹੈ। ਸਵਾਮੀ ਜੀ ਮਹਾਰਾਜ ਬੜੇ ਤਰੀਕੇ ਨਾਲ ਸਾਨੂੰ ਸਮਝਾ ਰਹੇ ਹੈ। ਹਾਂਜੀ। ਉਸ ਦੁੱਖ में कहूँ कौन सहाई, गुर से प्रीत न करी बनाई, जो इसकी परतीत न लाओ, तो मन अपना यूं समझाओ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਭਾਈ ਆਪਣੇ ਮਨ ਨੂੰ ਤਰੀਕੇ ਨਾਲ ਸਮਝਾਓ, ਜਿਸ ਤਰੀਕੇ ਨਾਲ ਵੀ ਸਮਝ ਸਕਦਾ ਹੈ ਸਮਝਾਉਣ ਦੀ ਕੋਸ਼ਿਸ਼ ਕਰੋ, ਤਾਂ ਕਿ ਉਹ ਕੰਮ ਕਰੋ ਜਿਸ ਕੰਮ ਦੇ ਨਾਲ ਤੁਹਾਨੂੰ ਫਾਇਦਾ ਮਿਲੇ। ਜੋ ਸੰਤ ਮਹਾਂਪੁਰਖ ਦੁਨੀਆ 'ਚ ਆ ਕੇ ਤੁਹਾਨੂੰ ਦੱਸਦੇ ਹੈ, ਫਾਇਦਾ ਵੀ ਦੱਸ ਰਿਹਾ ਔਰ ਨੁਕਸਾਨ ਵੀ ਦੱਸ ਰਿਹਾ, ਔਰ ਸਾਨੂੰ ਸਾਹਮਣੋਂ ਸਾਹਮਣੇ ਲੱਭਦਾ ਵੀ ਹੈ ਕਿ ਸਾਡਾ ਨੁਕਸਾਨ ਹੈ, ਲੇਕਿਨ ਅਸੀਂ ਫਿਰ ਵੀ ਕਰ ਰਹੇ ਹਾਂ। ਇਹ ਵੀ ਸਾਨੂੰ ਲੱਭਦਾ ਕਿ ਵਾਕਿਆ ਹੀ ਸਾਡਾ ਨੁਕਸਾਨ ਹੋ ਰਿਹਾ ਹੈ, ਲੇਕਿਨ ਫਿਰ ਵੀ ਅਸੀਂ ਲੋਕ ਲਾਜ ਦੇ ਵਿੱਚ ਫਸ ਕੇ ਫਿਰ ਵੀ ਉਹ ਨੁਕਸਾਨ ਕਰ ਰਹੇ ਹਾਂ। ਗੁਰੂ ਸਾਹਿਬ ਜੀ ਫਰਮਾ ਰਿਹਾ ਕਿ ਤਰੀਕੇ ਨਾਲ ਜਿਸ ਤਰ੍ਹਾਂ ਵੀ ਹੁੰਦਾ ਆਪਣੇ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਹਾਂਜੀ। जो इसकी परतीत न लाओ, तो मन अपना यूं समझाओ। रोग दुख नित प्रति सताई, मौत प्यादे है ये पाई। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਫਿਰ ਤੈਨੂੰ ਦੁਨੀਆ 'ਚ ਦੁੱਖ ਬੇਸ਼ੁਮਾਰ ਰੋਗ ਔਰ ਦੁੱਖ ਪੈਦਾ ਹੋ ਜਾਣਗੇ, ਔਰ ਇੱਕ ਦਿਨ ਨਹੀਂ ਜ਼ਿੰਦਗੀ ਵਾਸਤੇ ਇੱਥੇ ਵੀ ਔਰ ਦਰਗਾਹ ਵਿੱਚ ਵੀ। ਕੌਣ ਤੇਰਾ ਸਹਾਈ ਹੋਏਗਾ? ਕੌਣ ਤੇਰੇ ਦੁੱਖਾਂ ਨੂੰ ਦੂਰ ਕਰੇਗਾ? ਜਿਨ੍ਹਾਂ ਨੇ ਸਾਡੇ ਦੁੱਖਾਂ ਨੂੰ ਦੂਰ ਕਰਨਾ ਹੈ, ਅਸੀਂ ਉਹਨਾਂ ਦਾ ਕਦੀ ਧਿਆਨ ਹੀ ਨਹੀਂ ਕੀਤਾ, ਉਹਨਾਂ ਦਾ ਬਚਨ ਹੀ ਨਹੀਂ ਸੁਣਿਆ, ਆਪਣੇ ਅੰਦਰ ਅਸੀਂ ਬਿਠਾਉਂਦੇ ਹੀ ਨਹੀਂ। ਇੱਕ ਬਚਨ ਵੀ ਅਸੀਂ ਸੰਤਾਂ ਮਹਾਂਪੁਰਖਾਂ ਦਾ ਆਪਣੇ ਅੰਦਰ ਬਿਠਾ ਲਈਏ
तो वक्त पर ਉਹਦਾ पता लगेगा कि कितना फायदा हैगा। हजूर कई बार ये फरमाते होंदे सी, एक चोर मरन लगा, उसदे पुत ने उन्होंने पूछया, पिता जी कि मैं तुहाडे बाद की काम करना है? तो चोर ने उही काम दसना सी जो करदा सी कि बेटा काम तो तुम भी यही करना है, पर एक दो गल मेरी जरा याद रखना। एक तो चोरी करके मनना नहीं, एक कोई संतां महापुरखां की बाणी सुननी नहीं। जे कोई ऐसा समा लगे तो कन्ना च उंगलां दे लैनी है। चोर जदों जवान होया किधरे चोरी करने वास्ते चला गया, पिछे बाहर पै गई, नसदा भजदा एक गली च वड़िया, अगे एक चौंक आया, उत्ते कथा हो रही सी। संतां महापुरखां की बाणी पढ़ रहे सन, कन्ना च उंगलां दे लईआं, पर पैर नूं कंडा लग गया। जदों कंडा लग गया तो कंडा तो हथ नाल ही कढ़ना सी। जदों कंडा हथ नाल कढ़िया तो ये लफज अंदर वड़ गया। ये प्रसंग आया कि देवी देवतियां दे परछावें नहीं होंदे, जिहड़े देवी देवते होंदे है उन्हां दा परछावां नहीं होंदा। ये लफज उहदे अंदर वड़ गया। चोर अपने घर चला गया, जिहदे हाकम दे चोरी होई उसने बहुत सारे चोरां नूं फड़ाया, पर चोर दा कोई खोज खोरा ना लभा। उन्हां फवे कुटना मंगाइयां कि सानू चोर दा कोई पता नहीं लगता, चोर दा पता लै दिओ। फवे कुटन ने एक मंगत दा रूप बना लिया, घर घर मंगना शुरू कर दिता। जद उन्हां दे घर जावे वो माँ पुत दोवें बेले ते वर्तन भी ज़्यादा पाण। फवे कुटन ने एक दो दिन विच तजर्बा किया ते चोर नूं फड़ा लिया कि चोरी इसे ने कीती है। जेल विच लै गए, उस मार कुट होण लगी, पर चोर मन्ने ना। अफसर ने कहा कि भाई, फवे कुट नूं कहा कि किसी गरीब नूं तो नहीं मरवा रही, ये तो मनता नहीं। उसने कहा कि एक लक्षण मैनू होर कर लैण दिओ। देवी का रूप बना लिया, दो बाहां सही सी, दो नकली ला लईआं, मसाला बाल के हत्थां 'च फड़ लईआं, चंगे कपड़े ला ले, जेल विच चला गई। चोर जिहड़ा सी उठ के खड़ा हो गया, सोचा कि देवी भवानी आई है मेरी मदद करने वास्ते। देवी ने कहा, देख बेटा, मैं अपना आसन छड्ड के तेरे पास आई हाँ, तेरा दुख देख के, जे तू चोरी की है तद भी दस दे, नहीं की तद भी दस दे, मैं तैनूं छड़ा देंदी हाँ। चोर दसन वास्ते तैयार होया, जद पिछे नज़र मारी तो वह परछावां सी। जदों परछावां देखिया तो चोर ने सोचा कि मेरे नाल कोई छल हो रहा। ये देवी ने, संतां महापुरखां की बाणी जिहड़ी झूठी नहीं हो सकती, ये देवी नहीं, एक मेरे नाल छल हो रहा। तो कहंदा, माता तुसीं जानते हो कि असीं तुहाडे सिर ते ही तुरी फिरदे हैं, तुहाडीआं सुखना करदे हैं, मैं चोरी नहीं की, मैनूं ये नक मरवा रहे है। दूसरे पासे उन्हां दे बयान लिख रहे सन, मकसद की कि चोर नूं छड्ड दिता। चोर ने सोचा कि एक लफज मैं बाणी दा सुनिया तो पता नहीं मैनूं उम्र जेल मिलनी जां की होना तो की नहीं सी होना, तो एक लफज ने मैनूं छड़ा दिता। अगर मैं बहुत सारे सुना तो की बन जावां। चोर ने चोरी छड्ड दित्ती, हमेशा दा भगत बन गया। इस वास्ते असी बाणी का एक भी लफज साढ़े अंदर जे वड़ जाएगा तो सानू वक्त पर उसका पता लगेगा कि कितना फायदा है। अगर असी एक भी लफज अंदर नहीं जान देंगे तो सानू फायदा कोई भी नहीं हो सकता।
ਜਿਸ ਤਰ੍ਹਾਂ ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, ਸਤਿਗੁਰ ਸਤਸੰਗ ਕਿਆ ਕਰੇ ਜੋ ਸਿੱਖਣ ਮਾਏ ਚੂਕ, ਅੰਧੇ ਏਕ ਨਾ ਲੱਗੀ ਜਿਉਂ ਬਾਂਸ ਬਜਾਈ ਫੂਕ। ਉੱਥੇ ਸਤਿਗੁਰ ਕੀ ਕਰੇਗਾ, ਸਤਸੰਗ ਵੀ ਕੀ ਕਰੇਗਾ ਜੇ ਸਿੱਖ ਨੇ ਇੱਕ ਲਫ਼ਜ਼ ਵੀ ਅੰਦਰ ਨਹੀਂ ਬਿਠਾਉਣਾ। ਤੇ ਜੇ ਸਾਡੀ ਚਾਲ ਉਹੀ ਰਹੀ ਜੋ ਹੈਗੀ ਹੈ, ਅਸੀਂ ਬਦਲੇ ਨਹੀਂ, ਤੇ ਫਿਰ ਸਾਨੂੰ ਕੋਈ ਵੀ ਫਾਇਦਾ ਨਹੀਂ ਹੋ ਸਕਦਾ। ਕਈ ਵਾਰ ਦੁਨੀਆ ਦੀ ਮਿਸਾਲ ਹਜ਼ੂਰ ਦਿੰਦੇ ਹੁੰਦੇ ਸੀ, ਕਿਸੇ ਦਾ ਪਰਨਾਲਾ ਪਟਾਉਣਾ ਸੀ, ਦੂਜੇ ਪਾਸੇ ਲਗਾਉਣਾ ਸੀ, ਕਮੇਟੀ ਹੋਈ, ਪੈਂਚ ਇਕੱਠੇ ਹੋਏ, ਸਾਰੀ ਰਾਤ ਉਹਨੂੰ ਸਮਝਾਉਂਦੇ ਰਹੇ, ਅਤੇ ਬਾਅਦ ਵਿੱਚ ਉਹ ਕਹਿੰਦਾ ਜੀ ਪੈਂਚਾਂ ਦੀ ਕੀਤੀ ਦੀ ਮਨਜ਼ੂਰ ਹੈ, ਜੋ ਵੀ ਪੈਂਚ ਕਹਿਣ ਮੈਨੂੰ ਮਨਜ਼ੂਰ ਹੈ, ਵੀ ਪਰਨਾਲਾ ਮੇਰਾ ਉੱਥੇ ਹੀ ਹੈ ਜਿੱਥੇ ਹੈਗਾ, ਮੈਂ ਉੱਥੋਂ ਨਹੀਂ ਪੁੱਟਣਾ। ਸਾਡੀ ਵੀ ਉਹੋ ਹੀ ਹਾਲਤ ਹੈ। ਅਸੀਂ ਬਾਣੀ ਸੁਣਦੇ ਹਾਂ, ਪੜ੍ਹਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਪਰਨਾਲਾ ਸਾਡਾ ਉੱਥੇ ਦੀ ਉੱਥੇ ਹੀ ਹੈ ਜਿੱਥੇ ਹੈਗਾ, ਬਦਲੇ ਅਸੀਂ ਹੈ ਨਹੀਂ। ਨਾ ਸਾਡੇ 'ਚੋਂ ਕ੍ਰੋਧ ਬਦਲਿਆ, ਨਾ ਸਾਡੇ 'ਚੋਂ ਮੋਹ ਬਦਲਿਆ, ਨਾ ਸਾਡੇ 'ਚੋਂ ਕੋਈ ਲੋਭ ਬਦਲਿਆ, ਨਾ ਕਾਮ ਬਦਲਿਆ, ਕੋਈ ਵੀ ਚੀਜ਼ ਸਾਡੀ ਬਦਲੀ ਨਹੀਂ। ਜੇ ਕੋਈ ਵੀ ਚੀਜ਼ ਬਦਲੀ ਨਹੀਂ ਤਾਂ ਫਿਰ ਸਾਨੂੰ ਫਾਇਦਾ ਕੀ ਹੋਇਆ। ਸੰਤਾਂ ਮਹਾਂਪੁਰਖਾਂ ਦੀ ਬਾਣੀ ਸੁਣਨ ਦਾ ਤਾਂ ਫਾਇਦਾ ਤਦ ਹੀ ਹੈ ਨਾ ਕਿ ਸਾਡੇ 'ਚ ਤਬਦੀਲੀ ਹੋਵੇ ਕੁਛ ਨਾ ਕੁਛ। ਸੰਤ ਇਹੋ ਹੀ ਕਹਿੰਦੇ ਹੈ ਕਿ ਤੈਨੂੰ ਹੋਰ ਕਿਸੇ ਚੀਜ਼ ਦੀ ਤਬਦੀਲੀ ਕਰਨ ਦੀ ਲੋੜ ਨਹੀਂ ਹੈ, ਤੂੰ ਜੈਸਾ ਹੈ ਵੈਸਾ ਹੀ ਰਹੋ। ਜਿਹੜੇ ਸਹਿਜ ਮਤ ਯੋਗ ਦੇ ਸੰਤ ਮਹਾਂਪੁਰਖ ਹੋਏ ਸ਼ਬਦ ਅਭਿਆਸੀ, ਉਹ ਨਾ ਕਿਸੇ ਦਾ ਮਜ਼ਹਬ ਬਣਾਉਂਦੇ ਆ ਅਤੇ ਨਾ ਕਿਸੇ ਦਾ ਮਜ਼ਹਬ ਢਾਉਂਦੇ। ਉਹ ਕਹਿੰਦੇ ਤੂੰ ਜੈਸਾ ਹੈ ਵੈਸਾ ਹੀ ਰਹੋ, ਲੇਕਿਨ ਸਿਰਫ ਆਪਣੇ ਇਰਾਦੇ ਦੀ ਤਬਦੀਲੀ ਕਰ। ਜੋ ਤੇਰਾ ਇਰਾਦਾ ਮਾੜੇ ਕਰਮ ਕਰਦਾ ਹੈ ਉਹਨੂੰ ਚੰਗੇ ਪਾਸੇ 'ਤੇ ਲਿਆ। ਇਹ ਤਬਦੀਲੀ ਕਰ, ਹੋਰ ਤਬਦੀਲੀ ਕਰਨ ਦੀ ਕੋਈ ਜ਼ਰੂਰਤ ਨਹੀਂ। ਤੂੰ ਚਿੱਟੇ ਕੱਪੜੇ ਲਾ ਲੈ, ਪੀਲੇ ਲਾ ਲੈ, ਕਾਲੇ ਲਾ ਲੈ, ਜੋ ਮਰਜ਼ੀ ਲਾ ਲੈ, ਇਹਦੇ ਨਾਲ ਕੀ ਫਰਕ ਪੈ ਚਲਿਆ। ਸਿਰਫ ਆਪਣੇ ਇਰਾਦੇ ਦੀ ਤਬਦੀਲੀ ਕਰ। ਅਸੀਂ ਇਹੀ ਤਬਦੀਲੀ ਕਰਨੀ ਹੈ ਕਿ ਸੰਤਾਂ ਮਹਾਂਪੁਰਖਾਂ ਦੀ ਬਾਣੀ ਸੁਣ ਕੇ ਜੋ ਜੋ ਵੀ ਸਾਨੂੰ ਉਹ ਦੱਸਦੇ ਹੈ, ਅਸੀਂ ਕੁਛ ਨਾ ਕੁਛ ਰੁਪਈਏ 'ਚੋਂ ਪੈਸਾ ਟਕਾ ਕੁਛ ਉਹਨਾਂ ਦੇ ਬਚਨ ਆਪਣੇ ਅੰਦਰ ਬਿਠਾਈਏ ਔਰ ਕੁਛ ਆਪਣੇ ਇਰਾਦੇ ਦੀ ਤਬਦੀਲੀ ਕਰੀਏ, ਅਤੇ ਫਿਰ ਸਾਨੂੰ ਕੁਛ ਫਾਇਦਾ ਮਿਲੇਗਾ। ਜੇ ਅਸੀਂ ਕੋਈ ਤਬਦੀਲੀ ਨਹੀਂ ਕਰਦੇ ਤਾਂ ਫਿਰ ਜੈਸੇ ਹੈ ਵੈਸੇ ਹੀ ਰਹੇ, ਫਿਰ ਕੀ ਫਾਇਦਾ ਕੀ ਹੋਇਆ। ਜਿਉਂ ਆਏ ਤਿਉਂ ਗਏ ਬੌਰੇ, ਜਿਉਂ ਜਨਮੇ ਤਿਉਂ ਮਰਨ ਪਿਆ। ਜਿਉਂ ਦੁਨੀਆ 'ਤੇ ਅਸੀਂ ਆਏ ਤਿਉਂ ਚਲਾ ਗਏ। ਜਿਉਂ ਜਨਮ ਲਿਆ ਮੌਤ ਖੜੀ ਰਹੀ। ਜੇ ਇਨਸਾਨ ਬਣੇ ਤਦ ਵੀ ਮਰੇ, ਪਸ਼ੂ ਬਣੇ ਤਦ ਵੀ ਮਰੇ, ਪਰਿੰਦੇ ਬਣੇ ਤਦ ਵੀ ਮੌਤ ਖੜੀ ਰਹੀ, ਕੀੜੇ ਮਕੌੜੇ ਬਣੇ ਤਦ ਵੀ ਮੌਤ ਖੜੀ ਰਹੀ। ਕੀ ਫਾਇਦਾ ਹੋਇਆ। ਹਾਂਜੀ। ਰੋਗ ਦੁਖ ਨਿਤ ਪ੍ਰੀਤ ਸਤਾਈ, ਮੌਤ ਪਿਆਦੇ ਹੈ ਇਹ ਪਾਈ। मृत्यु मोन में नहीं कुछ संसार, वह तो करे सकल जीव हिंसा। स्वामी जी महाराज बड़े प्यार दे नाल फरमा रहे हैं कि सानू अपनी मौत का कोई सेंसा नहीं, लेकिन दूसरे की मौत करने वास्ते असी बिल्कुल तैयार बैठे। दूसरे दियां मौतां असी कर रहे हैं, अपनी मौत का कोई सानू फिक्र ही नहीं। दूसरिਆਂ ਨੂੰ ਅਸੀਂ मार रहे हैं, खुआ रहे हैं, अपने बाल बच्चिਆਂ ਨੂੰ खुआ रहे हैं, आप ਅਸੀਂ खा रहे हैं ਵੱਢ ਵੱਢ के। पर कोई समा साडे ते भी आ जाना जिहड़ा सानू भी ਕਿਸੇ ने खाना पैना। ये सदने कसाई की कई बार साखी सुनाई है कि जिथे सदना कसाई जे शहर च रहिंदा सी,
ਉੱਥੋਂ ਦੇ ਪਾਤਸ਼ਾਹ ਨੂੰ ਅੱਧੀ ਰਾਤ ਦਾ ਸਮਾਂ ਸੀ ਅਤੇ ਖਿਆਲ ਆਇਆ ਕਿ ਇਸ ਲਈ ਮੀਟ ਹੋਵੇ ਤਾਂ ਮੈਂ ਖਾਵਾਂ। ਆਪਣੇ ਨਫਰ ਨੂੰ ਭੇਜਿਆ ਕਿ ਜਾ ਕਿਤੇ ਮੀਟ ਲਿਆ। ਉਹ ਸਾਰੀਆਂ ਦੁਕਾਨਾਂ 'ਤੇ ਫਿਰਿਆ, ਬੇਵਕਤੀ ਚੀਜ਼ ਨਹੀਂ ਮਿਲਦੀ। ਫਿਰ ਸਦਨੇ ਦੇ ਪਾਸ ਚਲਾ ਗਿਆ। ਸਦਨਾ ਬੜਾ ਮਸ਼ਹੂਰ ਸੀ। ਮਸ਼ਹੂਰ ਉਹੀ ਜਿਸ ਤਰ੍ਹਾਂ ਕੋਈ ਚੋਰ ਬਣ ਜਾਂਦਾ, ਜ਼ਿਆਦਾ ਚੋਰੀਆਂ ਕਰਦਾ ਉਹ ਬੜਾ ਮਸ਼ਹੂਰ ਹੋ ਜਾਂਦਾ। ਬਦਮਾਸ਼ ਕੌਣ ਹੈ? ਜਿਹੜਾ ਜ਼ਿਆਦਾ ਬਦਮਾਸ਼ੀਆਂ ਕਰਦਾ ਉਹ ਜ਼ਿਆਦਾ ਮਸ਼ਹੂਰ ਹੋ ਜਾਂਦਾ। ਸਦਨਾ ਜ਼ਿਆਦਾ ਬੱਕਰੇ ਕੱਢਦਾ ਹੀ ਉਹ ਜ਼ਿਆਦਾ ਮਸ਼ਹੂਰ ਸੀ। ਸਦਨੇ ਪਾਸ ਚਲਾ ਗਿਆ ਕਿ ਸਦਨਿਆ ਇੱਕ ਪਾਪਕ ਕਾ ਮਾਸ ਦੇ ਦੇ, ਜੇ ਤੂੰ ਨਾ ਦੇਗਾ ਤਾਂ ਤੇਰਾ ਵੀ ਬਾਲ ਬੱਚਾ ਮੇਰਾ ਵੀ ਪਾਤਸ਼ਾਹ ਨੇ ਮਰਵਾ ਦੇਣਾ। ਸਦਨੇ ਨੇ ਬਾਲ ਬੱਚੇ ਦਾ ਮੋਹ ਕਰਕੇ ਛੁਰੀ ਲੈ ਕੇ ਬੱਕਰੇ ਦੇ ਪਾਸ ਚਲਾ ਗਿਆ। ਸੋਚਿਆ ਕਿ ਬੱਕਰੇ ਦੇ ਕਿਸੇ ਹਿੱਸੇ ਵਿੱਚੋਂ ਕੱਢ ਲੈਂਦਾ ਪਾਪਕ ਕਾ ਮਾਸ ਅਤੇ ਜਬੈ ਮੈਂ ਸਵੇਰੇ ਕਰਾਂਗਾ ਉਸ ਨੂੰ। ਜਦੋਂ ਬੱਕਰੇ ਦੇ ਪਾਸ ਗਿਆ, ਕੁਦਰਤ ਦੀ ਮਰਜ਼ੀ ਹੁੰਦੀ ਹੈ, ਕਿਸੇ ਵੇਲੇ ਵੀ ਬੰਦੇ ਨੂੰ ਸਮਝ ਆ ਜਾਂਦੀ ਹੈ ਜਾਂ ਕਿਸੇ ਤਰੀਕੇ ਨਾਲ ਵੀ ਸਮਝਾ ਸਕਦੇ। ਬੱਕਰਾ ਅੱਗੋਂ ਹੱਸਿਆ ਅਤੇ ਰੋਇਆ। ਸਦਨੇ ਨੇ ਸੋਚਿਆ ਇਹ ਗੱਲ ਕਦੀ ਹੋਈ ਨਹੀਂ, ਮੈਂ ਹਜ਼ਾਰਾਂ ਬੱਕਰੇ ਕੱਟੇ ਹੈ, ਕਦੇ ਕੋਈ ਹੱਸਿਆ ਨਹੀਂ, ਕਦੇ ਰੋਇਆ ਨਹੀਂ। ਉਹ ਬੱਕਰਿਆ ਤੂੰ ਹੱਸਿਆ ਕਿਉਂ ਅਤੇ ਰੋਇਆ ਕਿਉਂ? ਬੱਕਰੇ ਨੇ ਕਿਹਾ ਹੱਸਿਆ ਮੈਂ ਤੇਰੀ ਮੂਰਖ ਮੱਤੋਂ, ਰੋਇਆ ਆਪਣੇ ਦੁੱਖੋਂ। ਮੈਂ ਇਸ ਵਾਸਤੇ ਹੱਸਿਆ ਕਿ ਕਿਤਨਾ ਮੂਰਖ ਹੈ ਤੂੰ। ਮੇਰਾ ਤੇਰਾ ਸਾਵਾਂ ਲੇਖਾ ਸੀ, ਕਦੀ ਤੂੰ ਮੇਰਾ ਸਿਰ ਕੱਟਦਾ ਸੀ, ਕਦੀ ਮੈਂ ਤੇਰਾ ਸਿਰ ਕੱਟਦਾ ਸਾਂ। ਕਦੇ ਮੈਂ ਸਦਨਾ ਬਣਦਾ ਸੀ, ਕਦੇ ਤੂੰ ਸਦਨਾ ਬਣਦਾ ਸੀ। ਪਰ ਇਹ ਤੂੰ ਹੁਣ ਨਵੀਂ ਭਾਜੀ ਚਾੜਨ ਲੱਗਾ। ਇਹ ਦੇਖ ਲੈ ਤੂੰ ਪਾਪਕ ਕਾ ਮਾਸ ਕੱਢੇਗਾ। ਅੱਧੀ ਰਾਤੀ ਮੈਂ ਪਹਿਲੇ ਪੈਰ ਹੀ ਜਿਹੜਾ ਮੇਰਾ ਨੰਬਰ ਆਇਆ ਅਤੇ ਮੈਂ ਅੱਧਾ ਕਿੱਲੋ ਪਹਿਲੇ ਪੈਰ ਹੀ ਤੇਰਾ ਕੱਢ ਲੈਣਾ। ਜਿੱਦਾਂ ਮੈਂ ਤਰਸਦਾ ਰਹਾਂਗਾ ਇਸੇ ਤਰ੍ਹਾਂ ਤੂੰ ਵੀ ਤਰਸਦਾ ਰਹੇਗਾ। ਸਦਨੇ ਨੇ ਸੋਚਿਆ ਕਿ ਮੇਰੇ ਨਾਲ ਵੀ ਇਸੇ ਤਰ੍ਹਾਂ ਹੋਣਾ। ਜਦੋਂ ਆਪਣੇ ਮੌਤ ਦਾ ਪਤਾ ਲੱਗੇ ਨਾ, ਫਿਰ ਬੰਦਾ ਦੂਸਰੇ ਦੀ ਮੌਤ ਵੱਲ ਸੋਚਦਾ ਹੈ। ਜਿੰਨੇ ਚਿਰ ਆਪਣੀ ਮੌਤ ਵੱਲ ਨਹੀਂ ਸੋਚਦਾ, ਦੂਸਰੇ ਦੀ ਮੌਤ ਦਾ ਸੋਚਦਾ ਨਹੀਂ ਹੈ। ਸਦਨੇ ਨੇ ਸੋਚਿਆ ਇਹ ਤਾਂ ਗੱਲ ਬਹੁਤ ਮਾੜੀ ਹੈ, ਮੈਂ ਵੀ ਇਸੇ ਤਰ੍ਹਾਂ ਤਰਸਾਂਗਾ। ਉਸ ਵਕਤ ਸਾਰੇ ਮੋਹ ਮਾਹ ਜਿਹੜੇ ਸੀ, ਬਾਲ ਬੱਚੇ ਦਾ ਮੋਹ ਟੁੱਟ ਗਿਆ। ਜਦੋਂ ਸਰੀਰ 'ਤੇ ਆ ਜਾਏ ਨਾ, ਉਸ ਵਕਤ ਸਾਰੇ ਮੋਹ ਖਤਮ ਹੋ ਜਾਂਦੇ ਆ। ਸਦਨੇ ਨੇ ਉਸ ਵਕਤ ਤੋਬਾ ਕੀਤੀ, ਦਿਲ ਵਿੱਚ ਇਹ ਧਾਰਿਆ ਕਿ ਹੁਣ ਮੈਂ ਬੱਕਰਾ ਨਹੀਂ ਕੱਟਣਾ। ਸੁੱਟ ਹੱਥੋਂ ਛੁਰੀ ਸਦਨਾ ਤੋਬਾ ਤੋਬਾ ਕਰਦਾ, ਬਖਸ਼ ਲਈ ਔਗਣ ਮੇਰੇ ਰੱਬਾ, ਅੱਗੇ ਜ਼ੁਲਮ ਨਹੀਂ ਕਰਦਾ। ਐ ਮਾਲਕ ਮੈਨੂੰ ਪਿਛਲੇ ਬਖਸ਼ ਦੇ, ਮੈਂ ਅੱਗੇ ਨਹੀਂ ਕਰਦਾ। ਫਿਰ ਮੁੜ ਕੇ ਛੁਰੀ ਨਹੀਂ ਫੜੀ ਹੱਥ 'ਚ। ਬਾਲ ਬੱਚਾ ਮਰੇ ਰਵੇ ਜਿਵੇਂ ਜੋ ਮਰਜ਼ੀ ਹੋਵੇ। ਸਵਾਮੀ ਜੀ ਮਹਾਰਾਜ ਬਾਣੀ 'ਚ ਕੀ ਫਰਮਾ ਰਹੇ ਕਿ ਸਾਨੂੰ ਆਪਣੀ ਮੌਤ ਦਾ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ। ਅਸੀਂ ਦੂਸਰੇ ਦੀ ਮੌਤ ਕਰਨ ਵਾਸਤੇ ਤਿਆਰ ਬੈਠੇ ਔਰ ਕਰ ਵੀ ਰਹੇ ਹਾਂ। ਕਰ ਵੀ ਰਹੇ ਹਾਂ ਦੂਸਰੇ ਦੀਆਂ ਮੌਤਾਂ, ਵੱਢ ਕੇ ਆਪਣੇ ਬਾਲ ਬੱਚਿਆਂ ਨੂੰ ਖਵਾ ਰਹੇ ਹਾਂ। ਪਰ ਜਦੋਂ ਸਾਡਾ ਵਕਤ ਆਇਆ, ਉਹਨਾਂ ਦਾ ਵਕਤ ਆਇਆ, ਉਹਨਾਂ ਸਾਨੂੰ ਵੀ ਖਵਾਉਣਾ। ਇੱਕ ਲੱਕੜੀ ਨੇ ਕਿਹਾ ਲੁਹਾਰ ਨੂੰ, ਐ ਲੁਹਾਰ ਤੂੰ ਜਲਾ ਕੇ ਮੇਰੇ ਕੋਲੇ ਬਣਾਉਂਦਾ ਹੈ, ਪਰ ਕਦੀ ਮੇਰਾ ਵੀ ਨੰਬਰ ਆ ਜਾਏਗਾ। ਜਦੋਂ ਮੇਰਾ ਨੰਬਰ ਆਏਗਾ ਮੈਂ ਵੀ ਤੇਰੇ ਕੋਲੇ ਬਣਾ ਦਿਆਂਗੀ। ਇੱਕ ਦਿਨ ਮੇਰਾ ਵੀ ਨੰਬਰ ਆਉਣਾ ਹੈ, ਮੈਂ ਵੀ ਤੇਰੇ ਕੋਲੇ ਬਣਾ ਦੇਣੇ ਹੈ। ਮਿੱਟੀ ਨੇ ਕਿਹਾ ਘੁਮਿਆਰ ਨੂੰ, ਹੈ ਘੁਮਿਆਰ ਤੂੰ ਮੈਨੂੰ ਬੜਾ ਗਾਉਂਦਾ ਅਤੇ ਬੜਾ ਮਾਰਦਾ ਕੁੱਟਦਾ ਹੈ, ਪਰ ਇੱਕ ਦਿਨ ਮੇਰਾ ਸਮਾਂ ਵੀ ਆ ਜਾਏਗਾ, ਮੈਂ ਤੈਨੂੰ ਆਪਣੇ ਨਾਲ ਮਿਲਾ ਲੈਣਾ, ਮਿੱਟੀ ਬਣਾ ਦੇਣਾ ਤੈਨੂੰ। ਤੂੰ ਵੀ ਸੋਚ ਲਈ ਭਾਈ, ਇਹ ਸਮਾਂ ਸਾਡੇ 'ਤੇ ਆਉਣਾ ਹੀ ਆਉਣਾ। ਜੇ ਅਸੀਂ ਕਿਸੇ ਦੀ ਮੌਤ ਕਰਦੇ ਹਾਂ ਤਾਂ ਸਾਡੀ ਵੀ ਮੌਤ ਆਉਣੀ ਆਉਣੀ ਕਿਸੇ ਵੇਲੇ।
ਉਸਨੇ ਨੰਬਰ ਲੈਣਾ ਹੀ ਲੈਣਾ। ਜੇ ਬੜੇ ਬੜੇ ਰਿਸ਼ੀਆਂ ਮੁਨੀਆਂ ਨੂੰ ਬਦਲੇ ਦੇਣਾ ਪਏ ਤਾਂ ਅਸੀਂ ਕੌਣ ਹੈਗੇ ਆ? ਅਸੀਂ ਤਾਂ ਕੋਈ ਚੀਜ਼ ਵੀ ਨਹੀਂ। ਕਈ ਵਾਰ ਅੱਗੇ ਵੀ ਦੱਸਿਆ ਹੈ, ਬਾਲੀ ਔਰ ਸੁਗਰੀਵ ਦਾ ਦੋਨਾਂ ਦਾ ਜੰਗ ਲੱਗਦਾ ਸੀ। ਦੋਵੇਂ ਭਰਾ ਲੜਦੇ ਸਨ ਅਤੇ ਬਾਲੀ ਭਰਾ ਨੂੰ ਆਪਣੇ ਸੁਗਰੀਵ ਨੂੰ ਮਾਰ ਕੇ ਬਾਹਰ ਸੁੱਟ ਆਉਂਦਾ ਸੀ, ਕੁੱਟ ਕੱਟ ਕੇ। ਜਦੋਂ ਉਹਨੂੰ ਹੋਸ਼ ਆਉਂਦੀ ਸੀ ਫਿਰ ਉਹ ਕੂਕ ਮਾਰਦਾ ਸੀ। ਬਾਲੀ ਫਿਰ ਆ ਜਾਂਦਾ ਸੀ, ਫਿਰ ਉਹਨੂੰ ਕੁੱਟ ਕੱਟ ਕੇ ਸੁੱਟ ਜਾਂਦਾ ਸੀ। ਸ਼੍ਰੀ ਰਾਮ ਚੰਦਰ ਮਹਾਰਾਜ ਜੀ ਆਏ, ਕਿਤੇ ਉੱਧਰ ਠਵਾਲਿਆ ਉਸਨੂੰ ਸੁਗਰੀਵ ਨੂੰ ਕਿ ਉੱਠ, ਅਸੀਂ ਤੇਰੀ ਮਦਦ ਕਰਾਂਗੇ। ਉਹਨੂੰ ਕੂਕ ਮਾਰੀ, ਬਾਲੀ ਆ ਗਿਆ। ਦੋਨਾਂ ਦਾ ਯੁੱਧ ਲੱਗ ਪਿਆ। ਦਰਖਤ ਦੇ ਓਹਲੇ ਹੋ ਕੇ ਸ਼੍ਰੀ ਰਾਮ ਚੰਦਰ ਮਹਾਰਾਜ ਨੇ ਤੀਰ ਮਾਰਿਆ ਬਾਲੀ ਨੂੰ, ਅਤੇ ਬਾਲੀ ਨੇ ਕਿਹਾ, ਉਹ ਤੂੰ ਮਾੜਾ ਕੰਮ ਕੀਤਾ ਹੈ। ਜੇ ਤੂੰ ਆਹ ਕੰਮ ਕਰਨਾ ਸੀ ਤਾਂ ਸਾਹਮਣੇ ਹੋ ਕੇ ਕਰਨਾ ਸੀ, ਪਰ ਜਾ ਤੇਰੇ ਨਾਲ ਵੀ ਇਸੇ ਤਰ੍ਹਾਂ ਹੋਏਗਾ। ਜਦੋਂ ਦੁਆਪਰ ਯੁੱਗ ਆਇਆ, ਦੁਆਪਰ ਯੁੱਗ ਦੇ ਵਿੱਚ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਬਣ ਗਏ ਅਤੇ ਬਾਲੀ ਬਣ ਗਿਆ ਸ਼ਿਕਾਰੀ। ਸ਼੍ਰੀ ਰਾਮ ਚੰਦਰ ਜੀ ਉਸ ਚੋਲੇ ਵਿੱਚ ਆ ਗਏ ਅਤੇ ਬਾਲੀ ਸ਼ਿਕਾਰੀ ਬਣ ਗਿਆ। ਜੰਗਲ ਵਿੱਚ ਬੈਠੇ ਸਨ, ਪਦਮ ਆਸਣ ਚਮਕਦਾ ਸੀ, ਸਿਰਸ ਲਾ ਕੇ ਉਸਨੇ ਤੀਰ ਮਾਰਿਆ, ਪੈਰ ਨੂੰ ਵੱਜਾ। ਆਰਾਮ ਦੀ ਆਵਾਜ਼ ਆਈ, ਜਾ ਕੇ ਮਾਫੀਆਂ ਮੰਗਣ ਲੱਗਾ, ਮਹਾਰਾਜ ਮੈਨੂੰ ਮਾफ़ ਕਰੋ, ਮੈਂ ਬਹੁਤ ਵੱਡੀ ਗਲਤੀ ਕੀਤੀ ਹੈ। ਉਹਨਾਂ ਕਿਹਾ ਕੋਈ ਗੱਲ ਨਹੀਂ, ਮੈਂ ਵੀ ਤੈਨੂੰ ਚੋਰੀ 'ਚ ਤੀਰ ਮਾਰਿਆ ਸੀ। ਇਹ ਬਦਲਾ ਹੈ। ਜੇ ਇੱਕ ਰਿਸ਼ੀਆਂ ਮੁਨੀਆਂ ਨੂੰ ਬਦਲੇ ਦੇਣਾ ਪਏ ਹੈ, ਬੜੇ ਬੜੇ ਜਿਨ੍ਹਾਂ ਨੂੰ ਅਸੀਂ ਪਰਮਾਤਮਾ ਰੂਪ ਸਮਝਦੇ ਹਾਂ, ਅਤੇ ਅਸੀਂ ਤਾਂ ਕੁਛ ਵੀ ਨਹੀਂ ਹੈਗੇ, ਕੀ ਸਾਨੂੰ ਨਾ ਬਦਲਾ ਦੇਣਾ ਪਏਗਾ? ਸਵਾਮੀ ਜੀ ਮਹਾਰਾਜ ਕੀ ਬਾਣੀ 'ਚ ਸਮਝਾ ਰਹੇ ਸਾਨੂੰ ਕਿ ਐ ਪੁਰਸ਼, ਤੈਨੂੰ ਆਪਣੀ ਮੌਤ ਦਾ ਫਿਕਰ ਹੈ? ਤੂੰ ਦੂਸਰੇ ਦੀ ਮੌਤ ਵੱਲ ਦੇਖਦਾ ਹੈ, ਦੂਸਰੇ ਦੀ ਮੌਤ ਕਰਦਾ ਹੈ, ਤੈਨੂੰ ਆਪਣੀ ਮੌਤ ਦਾ ਵੀ ਫਿਕਰ ਹੋਣਾ ਚਾਹੀਦਾ ਹੈ ਕਿ ਮੇਰੇ 'ਤੇ ਵੀ ਇੱਕ ਦਿਨ ਉਹ ਆਉਣਾ ਹੈਗਾ। ਹਾਂਜੀ। मृत्यु होन में नहीं कुछ संसार, वह तो करे सकल जीव हिंसा। ये हिंसा तुम पर भी आवे, एक दिन काल शीस पर तावे। स्वामी जी महाराज बड़े प्यार दे नाल फरमा रहे है, भाई एक दिन तेरे ते भी आउणा जे। तू दूसरिਆਂ ਦੇ ਸੀਸ ਕੱਟ ਰਿਹਾ, एक दिन तेरा ਸੀਸ भी कटिया जाना जे, वो तेरे ते भी समा आ जाना जे। ये तू होश कर, सोच लै। देखो संत सानू किस तरीके नाल समझा रहे हैं। असी संतां महापुरखां दीआं बाणीआं पढ़दे हाँ, सुणदे हाँ, हर जगह ते कोई ऐसी जगह नहीं, मंदिर मस्जिद गिलजे घर गुरुद्वारे हर जगह ते प्रचार हो रहा है। किस जगह ते प्रचार हो रहा जिथे कोई ऐसा प्रचार हो रहा कि तुसी दूसरे नूं जीव हिंसा करो, दूसरिਆਂ ਨੂੰ मार मार के खाओ? ਕਿਹੜਾ वेद शास्त्र कह रहा, ਕਿਹੜਾ ग्रंथ पोथी कर रहा, ਕਿਹੜੇ मंदिर ਵਿੱਚ प्रचार हो रहा, ਕਿਹੜੇ गुरुद्वारे ਕਿਹੜੇ जगह च हो रहा प्रचार है? असी सुनते हाँ लेकिन कन्नां नूं मोहरां लाइयां ने, सुन सुना के फिर असी वो काम कर रहे हैं। की सानू बदला देना ना पएगा? जो संत महापुरख सानू समझा रहे हैं, एक दिन तेरे ते भी आ जाएगा। तू दूसरे ते शीश कटदा है, एक दिन तेरे ते भी आ जाएगा, तैनूं भी वो काल जेड़ा तेरा भी शीश कटेगा। हाँ जी। ये हिंसा तुम पर भी आवे,
ਇੱਕ ਦਿਨ ਕਾਲ ਸੀਸ ਪਰ ਧਾਵੇ, ਉਸ ਦਿਨ ਕਾ ਕੁਛ ਕਰੋ ਉਪਾਈ। ਧਨ ਹਾਕਮ ਕੁਛ ਕਾਮ ਨ ਆਈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਇਹ ਪੁਰਸ਼ ਉਸ ਦਿਨ ਦਾ ਕੋਈ ਪਾ ਕਰ ਲੈ। ਇਹ ਧਨ ਪਦਾਰਥ ਜਾਂ ਹਾਕਮ ਤੇਰੇ ਕੰਮ ਨਹੀਂ ਆਉਣਗੇ। ਤੇਰਾ ਧਨ ਪਦਾਰਥ ਵੀ ਕੰਮ ਨਹੀਂ ਆਏਗਾ, ਔਰ ਹਾਕਮ ਵੀ ਤੇਰੇ ਜਿਹਨਾਂ ਦੀ ਤੂੰ ਸੇਵਾ ਕਰਕੇ ਧਨ ਪਦਾਰਥ ਕਮਾਉਣਾ ਹੈ, ਉਹ ਵੀ ਤੇਰੇ ਕੰਮ ਨਹੀਂ ਆਉਣਗੇ। ਉਹ ਕੋਈ ਵੀ ਤੇਰੀ ਮਦਦ ਨਹੀਂ ਕਰੇਗਾ। ਉਸ ਦਿਨ ਦਾ ਕੋਈ ਉਪਾਅ ਕਰ ਲੈ, ਸੋਚ ਲੈ ਕੀ ਕਰਨਾ ਚਾਹੀਦਾ ਹੈ। ਹਾਂਜੀ, ਉਸ ਦਿਨ ਕਾ ਕੁਛ ਕਰੋ ਉਪਾਈ। ਧਨ ਹਾਕਮ ਕੁਛ ਕਾਮ ਨ ਆਈ। ਪਰ ਜੋ ਸਮਝਵਾਰ ਤੁਮ ਹੋਤੇ, तो तन से कुछ कारज लेते। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਜੇ ਤੂੰ ਸਮਝਦਾਰ ਹੁੰਦਾ ਤਾਂ ਫਿਰ ਉਸ ਧਨ ਕੋਲੋਂ ਕੋਈ ਕੰਮ ਲੈਂਦਾ, ਕੋਈ ਅੱਛਾ ਕੰਮ ਲੈਂਦਾ, ਕਿਸੇ ਸਾਧ ਸੰਗਤ ਵਿੱਚ ਖਰਚਦਾ, ਕਿਸੇ ਰਾਹ ਰਸਤੇ 'ਤੇ ਲਗਾਉਂਦਾ, ਕਿਸੇ ਗਰੀਬ ਦਾ ਹੱਥ ਵਟਾਉਂਦਾ, ਤੈਨੂੰ ਕੋਈ ਫਾਇਦਾ ਹੁੰਦਾ। ਲੇਕਿਨ ਉਸ ਧਨ ਨੂੰ ਤੂੰ ਉਲਟੇ ਪਾਸੇ ਲਗਾਇਆ, ਜਿਸ ਦਾ ਤੈਨੂੰ ਕੋਈ ਫਾਇਦਾ ਨਹੀਂ। ਪਿਛਲੀ ਤੁਕ ਵਿੱਚ ਗੁਰੂ ਸਾਹਿਬ ਜੀ ਸਮਝਾ ਰਹੇ ਹੈ ਕਿ ਨਾ ਤੇਰੇ ਧਨ ਨੇ ਤੇਰੇ ਮਦਦ ਕਰਨੀ ਹੈ, ਨਾ ਤੇਰੇ ਹਾਕਮਾਂ ਨੇ ਤੇਰੀ ਮਦਦ ਕਰਨੀ ਹੈ। ਕਿਸੇ ਵੀ ਤੇਰੀ ਮਦਦ ਨਹੀਂ ਕਰਨੀ ਹੈਗੀ। ਉਸ ਦਿਨ ਵਾਸਤੇ ਕੋਈ ਉਪਾਅ ਕਰ ਲੈ, ਕੋਈ ਸੋਚ ਲੈ ਕੀ ਕਰਨਾ ਚਾਹੀਦਾ। ਹਾਂਜੀ, पर जो समझवार तुम होते, तो तन से कुछ कारज लेते। कारज लेना ये है पाई, गुर सेवा में खर्च कराई। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਤੂੰ ਉਹਦੇ ਪਾਸੋਂ ਕੀ ਕਾਰਜ ਕਰਨਾ ਹੈ, ਕੀ ਫਾਇਦਾ ਲੈਣਾ ਹੈ। ਗੁਰ ਸੇਵਾ ਸੇ ਖਰਚ ਕਰਾਈ। ਪਰ ਇੱਥੇ ਵੀ ਆ ਕੇ ਅਸੀਂ ਬਹੁਤ ਸਾਰੇ ਭੁੱਲ ਜਾਂਦੇ ਹਾਂ। ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾਇਆ, ਗੁਰ ਨਹੀਂ ਭੁੱਖਾ ਤੇਰੇ ਧਨ ਕਾ। ਕੋਈ ਸਤਿਗੁਰ ਤੇਰੇ ਧਨ ਦਾ ਭੁੱਖਾ ਨਹੀਂ, ਉਹਨਾਂ ਦੇ ਪਾਸ ਨਾਮ ਦਾ ਧਨ ਹੈ, ਬੇਸ਼ੁਮਾਰ ਹੈ। ਪਰ ਤੇਰਾ ਪਰ ਅਬਕਾਰ ਕਰਾਏ, ਭੁੱਖੇ ਪਿਆਜੇ ਕੋ ਖਲਵਾਏ। ਗੁਰੂ ਸਾਹਿਬ ਜੀ ਫਰਮਾਉਂਦੇ ਹੈ, ਉਹ ਤੇਰਾ ਪਰਉਪਕਾਰ ਕਰਾਉਂਦੇ ਹੈ, ਤੂੰ ਆਪੇ ਨਹੀਂ ਕਰ ਸਕਦਾ। ਉਹ ਕਰਾਉਂਦੇ ਹੈ, ਉਹ ਭੁੱਖੇ ਪਿਆਸੇ ਨੂੰ ਖਵਾ ਦੇਣਗੇ, ਜਿਹਦੇ ਵਿੱਚ ਤੈਨੂੰ ਫਾਇਦਾ ਹੋਏਗਾ। ਔਰ ਉਹਨੂੰ ਤੇਰੇ ਧਨ ਦੀ ਜ਼ਰੂਰਤ ਨਹੀਂ ਹੈ। ਤੂੰ ਇਹ ਨਾ ਸੋਚੀ ਕਿ ਸ਼ਾਇਦ ਮੈਂ ਉਹਦੇ ਵਾਸਤੇ, ਸਤਿਗੁਰ ਵਾਸਤੇ ਫਾਇਦਾ, ਉਹ ਸਾਡਾ ਧਨ ਮੰਗ ਰਿਹਾ ਹੈ। ਸਵਾਮੀ ਜੀ ਮਹਾਰਾਜ ਫਰਮਾਉਂਦੇ ਨਾ, ਉਹ ਤੇਰੇ ਧਨ ਦੇ ਭੁੱਖੇ ਨਹੀਂ ਹੈ, ਸਿਰਫ ਤੇਰਾ ਪਰਉਪਕਾਰ ਕਰਾਉਂਦੇ ਹੈ, ਭੁੱਖੇ ਪਿਆਸੇ ਨੂੰ ਖਵਾ ਦਿੰਦੇ ਹੈ, ਜਿਹਦੇ ਵਿੱਚ ਤੈਨੂੰ ਫਾਇਦਾ ਹੁੰਦਾ। ਤੂੰ ਆਪ ਨਹੀਂ ਕਰ ਸਕਦਾ, ਉਹ ਤੇਰੇ ਪਾਸੋਂ ਕਰਾਉਂਦੇ ਹੈ। ਹਾਂਜੀ, कारज लेना ये है पाई, गुर सेवा में खर्च कराई। गुर नहीं भूखा तेरे तन का, उन पे तन है
ਭਗਤ ਨਾਮ ਕਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਸਤਿਗੁਰ ਤੇਰੇ ਧਨ ਦਾ ਭੁੱਖਾ ਨਹੀਂ, ਉਹਨਾਂ ਦੇ ਪਾਸ ਭਗਤੀ ਨਾਮ ਦਾ ਧਨ ਹੈ। ਉਹ ਤੇਰੇ ਧਨ ਦਾ, ਇਸ ਝੂਠੀ ਮਾਇਆ ਦਾ ਭੁੱਖਾ ਨਹੀਂ ਹੈਗਾ। ਅੱਗੇ ਫਰਮਾਉਂਦੇ ਆ, ਹਾਂਜੀ। ਪਰ ਤੇਰਾ ਪਰ ਉਪਕਾਰ ਕਮਾਵੇ, ਭੂਖੇ ਪਿਆਸੇ ਕੋ ਦਿਲਵਾਵੇ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਉਹ ਤੇਰਾ ਪਰਉਪਕਾਰ ਕਰਾਉਂਦੇ ਹੈ, ਭੁੱਖੇ ਪਿਆਸੇ ਨੂੰ ਖਵਾ ਦਿੰਦੇ ਹੈ। ਉਹ ਭੁੱਖੇ ਪਿਆਸੇ ਨੂੰ ਖਵਾ ਦਿੰਦੇ ਹੈ, ਉਹਦੇ ਵਿੱਚੋਂ ਤੈਨੂੰ ਫਾਇਦਾ ਮਿਲੇਗਾ। ਅਸੀਂ ਇੱਕ ਵਾਰ ਨੇਪਾਲ ਗਏ, ਪਤਾ ਨਹੀਂ ਪਰਮਾਤਮਾ ਆਮ ਦੱਸਦੇ ਆ ਨਾ ਸ਼ਬਦ ਵਿੱਚ, ਭਾਈ ਪਤਾ ਨਹੀਂ ਪਰਮਾਤਮਾ ਕਿਸ ਵੇਸ਼ ਵਿੱਚ ਮਿਲ ਜਾਏ। ਇਹ ਨਹੀਂ ਪਤਾ ਕਿਹੜੇ ਵੇਸ਼ ਦੇ ਵਿੱਚ ਪਰਮਾਤਮਾ ਨੇ ਆ ਜਾਣਾ ਔਰ ਸਾਡੇ ਪਾਸੋਂ ਕੀ ਕਰਾਉਣਾ, ਜਾਂ ਅਸੀਂ ਠੱਗੇ ਜਾਣਾ, ਜਾਂ ਸਾਡੇ ਪਾਸੋਂ ਚੰਗਾ ਕੰਮ ਕਰਾ ਲੈਣਾ। ਕੁਦਰਤੀ ਜਿੱਥੇ ਅਸੀਂ ਠਹਿਰੇ ਸੀ, ਉਹ ਕਹਿਣ ਲੱਗੇ ਜੀ ਇੱਥੇ ਇੱਕ ਬੜੀ ਪਹਾੜੀ ਉੱਚੀ ਬੜੀ ਰੌਣਕ ਆ, ਉੱਥੇ ਚਲੀਏ। ਉਹਨਾਂ ਨੇ ਕੀ ਕੀਤਾ ਵੀ 3-4 ਗੱਡੀਆਂ ਸਾਡੇ ਕੋਲ ਬੰਦੇ ਨਾਲ ਰੋਟੀਆਂ ਬਣਾ ਲਈਆਂ। ਕੁਛ ਉਹਨਾਂ ਨੇ ਖਮੀਰ ਪਕਾ ਲਏ, ਚੌਲ ਜੇ ਬਣਾ ਲਏ, ਮਿੱਠੇ ਚੌਲ ਬਣਾ ਲਏ, ਪੂਰੀਆਂ ਬਣਾ ਲਈਆਂ, ਹੋਰ ਸਬਜ਼ੀਆਂ ਸੁਬਜ਼ੀਆਂ ਬਣਾ ਲਈਆਂ, ਵਾਹਵਾ ਰੋਟੀ ਚੰਗੀ ਬਣਾ ਲਈ। ਹੁਣ ਜਿਉਂ ਅਸੀਂ ਪਹਾੜੀ 'ਤੇ ਤੁਰੇ, ਉੱਪਰ ਸਿਰੇ 'ਤੇ ਚਲਾ ਗਏ। ਉੱਥੇ 2-4 ਦੁਕਾਨਾਂ, ਮੈਂ ਯਾਰ ਰੌਣਕ ਇਹੋ ਹੀ ਹੈ, ਇੱਥੇ ਹੋਰ ਵੀ ਕੁਝ ਹੈਗਾ, ਇਹ ਇੱਥੇ ਇਹੀ ਹੈ। ਫਿਰ ਅਸੀਂ ਉੱਥੋਂ ਥੱਲੇ ਢਲੇ, ਥੱਲੇ ਇੱਕ ਛੋਟੀ ਜਿਹਾ ਨਾਲਾ ਲੰਘਿਆ, ਅੱਗੇ ਇੱਕ ਮੰਦਰ ਆਇਆ, ਉੱਥੇ ਨੇਪਾਲੀ ਉਹ ਕਥਾ ਕਰ ਰਹੇ ਬੈਠੇ ਦੇ ਸਾਰੇ। ਬੜੀ ਸੋਹਣੀ ਜਗ੍ਹਾ, ਸਾਫ ਥੜੇ ਥੋੜੇ ਬਣੇ ਦੇ। ਮੈਂ ਕਿਹਾ ਇੱਦਾਂ ਕਰੋ ਕਿ ਰੋਟੀ ਦਾ ਟਾਈਮ ਹੋਏ ਇੱਥੇ ਰੋਟੀ ਖਾ ਲਓ। ਉੱਥੇ ਬਹਿ ਗਏ ਜੀ। ਤੁਸੀਂ ਝੂਠ ਮੰਨਣਾ ਹੈ, ਇੱਕ ਬੰਦਾ ਆਇਆ ਜੀ ਉੱਥੇ, ਸੁੱਕਾ ਜਿਹਾ ਬੰਦਾ, ਮਾੜਾ ਜਿਹਾ ਕੁੜਤਾ ਜਿਹਾ ਲੱਗਾ, ਉਹ ਸਾਡੇ ਕੋਲ ਆ ਗਿਆ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਰੋਟੀ ਬਾਅਦ 'ਚ ਖਾਇਓ, ਪਹਿਲੇ ਇਹਨੂੰ ਖਵਾਓ। ਅਸੀਂ ਉਹਨੂੰ ਰੋਟੀ ਲੱਗੇ ਜੀ ਖਵਾਉਣ। ਇਹ ਪਤਾ ਨਹੀਂ ਪਰਮਾਤਮਾ ਨੇ ਬੰਦਾ ਖੁਦ ਹੀ ਆਪੇ ਸੀ ਕਿ ਜਾਂ ਕੌਣ ਸੀ, ਕੀ ਸੀ ਉਹ। ਅਸੀਂ ਲਗੇ ਰੋਟੀ ਖਵਾਉਣ, ਜੇ ਚੌਲ ਦਈਏ ਤਾਂ ਚੌਲ ਖਾਈ ਜੇ, ਪੂਰੀਆਂ ਦਈਏ ਪੂਰੀਆਂ ਖਾਈ ਜੇ, ਸਬਜ਼ੀ ਦਈਏ ਸਬਜ਼ੀ ਖਾਈ ਜੇ, ਜੋ ਦਈਏ ਖਾਈ ਜਾਵੇ ਖਾਈ ਜਾਵੇ। ਬਾਕੀ ਬੰਦਿਆਂ ਨੂੰ ਮੈਂ ਕਿਹਾ ਵੀ ਤੁਸੀਂ ਬਾਅਦ 'ਚ ਖਾਇਓ, ਪਹਿਲੇ ਇਹਨੂੰ ਰਜਾ ਲਓ ਚੰਗੀ ਤਰ੍ਹਾਂ। ਮੇਰਾ ਖਿਆਲ ਹੈ ਕਿ ਉਸ ਨੇ 3-4 ਬੰਦਿਆਂ ਦੀ ਰੋਟੀ ਖਾਧੀ ਜੀ, 3-4 ਬੰਦਿਆਂ ਦੀ ਰੋਟੀ ਖਾਧੀ। ਪਤਾ ਨਹੀਂ ਉਹ ਜਾਂ ਇੰਨੇ ਦਿਨਾਂ ਦਾ ਭੁੱਖਾ ਸੀ ਕਿ ਜਾਂ ਕੀ ਚੀਜ਼ ਕੀ ਹੈ ਸੀ, ਉਹ ਇਹ ਨਹੀਂ ਪਤਾ। ਪਰਮਾਤਮਾ ਨੇ ਉੱਥੋਂ ਕਿਤੇ ਵਿੱਚੋਂ ਝਾੜਿਆਂ ਜਿਹੇ 'ਚ ਨਿਕਲ ਪਿਆ, ਉਹ ਇਹ ਨਹੀਂ ਪਤਾ ਕੀ ਸੀ ਉਹ। ਮੈਂ ਕਿਹਾ ਜਿਹੜਾ ਸ਼ਬਦ ਪੜ੍ਹਦੇ ਨੇ, ਬਾਬਾ ਕਿਆ ਜਾਣੇ ਪੇਸ਼, ਉਹ ਪਰਮਾਤਮਾ ਕਿਸ ਭੇਸ਼ ਵਿੱਚ ਮਿਲ ਜਾਏ, ਕੀ ਪਤਾ ਕਿਹੜੇ ਭੇਸ਼ ਵਿੱਚ ਆ ਗਿਆ। ਇੱਕ ਫਕੀਰ ਦੇ ਇੱਕ ਸਿੱਖ ਨੇ ਕਿਹਾ ਕਿਸੇ ਮਹਾਤਮਾ ਨੂੰ ਕਿ ਮਹਾਰਾਜ ਮੇਰੇ ਘਰ ਵੀ ਕਦੀ ਆਓ ਤੁਸੀਂ। ਉਹਨੇ ਕਿਹਾ ਚੰਗਾ ਦੇਖਾਂਗੇ। ਕੁਦਰਤੀ ਇੱਕ ਵਾਰ ਉਹ ਚਲਾ ਗਏ, ਇੱਕ ਕੁੱਤੇ ਦਾ ਰੂਪ ਬਣਾ ਕੇ, ਬੜਾ ਸੋਹਣਾ ਕੁੱਤਾ। ਸਵੇਰੇ ਸਵੇਰੇ ਉਹਨੂੰ ਬੇਹੀ ਰੋਟੀ ਦਿੱਤੀ ਅਤੇ ਆਪ ਪਰੌਂਠੀਆਂ ਚਾਹ ਦਹੀਂ ਨਾਲ ਖਾਦਾ ਸੀ। ਅਤੇ ਉਸ ਨੂੰ ਬੇਹੀ ਰੋਟੀ, ਕੁੱਤਾ ਉੱਥੇ ਬਹਿ ਗਿਆ, ਉਹਨੂੰ ਬੇਹੀ ਰੋਟੀ ਦਿੱਤੀ। ਫਿਰ ਉਹ ਸਿੱਖ ਕਿਤੇ ਗਿਆ ਮਹਾਤਮਾ ਦੇ ਕੋਲ, ਕਹਿਣ ਲੱਗੇ ਬਾਬਾ ਜੀ ਅਸੀਂ ਕਿਹਾ ਸੀ ਸਾਡੇ ਘਰ ਵੀ ਕਿਤੇ ਦਰਸ਼ਨ ਦਿਓ, ਤੁਸੀਂ ਆਏ ਨਹੀਂ। ਉਹ ਯਾਰ ਕੀ ਆਉਣਾ ਤੇਰੇ ਘਰ, ਤੂੰ ਆਪ ਪਰੌਂਠੀਆਂ ਖਾਧੀਆਂ, ਦਹੀਂ ਖਾਧਾ, ਚਾਹ ਪੀਤੀ, ਸਾਨੂੰ ਬੇਹੀ ਰੋਟੀ ਦਿੱਤੀ ਸੀ। ਅਸੀਂ ਗਏ ਹਾਂ ਇੱਕ ਦਿਨ ਤੇਰੇ ਘਰ, ਤੂੰ ਸਾਨੂੰ ਬੇਹੀ ਰੋਟੀ ਦਿੱਤੀ ਸੀ ਰਾਤ ਦੀ, ਅਤੇ ਆਪੇ ਤੂੰ ਪਰੌਂਠੀਆਂ ਖਾ ਰਿਹਾ ਇਹ। ਉਹ ਮੈਂ ਉਹਨਾਂ ਨੂੰ ਮਿਸਾਲ ਦਿੱਤੀ, ਮੈਂ ਕਿਹਾ ਭਰਾਵਾ ਪਹਿਲਾਂ ਇਹਨੂੰ ਖਵਾਓ, ਇਹ ਪਤਾ ਨਹੀਂ ਕੀ ਬਲਾ ਇਹ ਕੀ ਚੀਜ਼ ਆਈ ਹੈ, ਕਿਤੇ ਹੋਰ ਨਾ ਸਿਆਪਾ ਪੈ ਜਾਏ ਸਾਨੂੰ। ਮੈਂ ਕਿਹਾ ਪਹਿਲੇ
ਅਸੀਂ ਮਗਰ ਤੁਸੀਂ ਭੁੱਖੇ ਰਹੋ ਤਾਂ ਰਹੋ, ਇਹਨੂੰ ਖਵਾ ਲਓ ਪਹਿਲਾਂ। ਸੱਚ ਪੁੱਛਣਾ, ਤੁਸੀਂ ਝੂਠ ਨਾ ਮੰਨਿਓ ਵੀ ਅਸੀਂ ਰੋਟੀ ਖਵਾਈ ਜਾਈਏ, ਉਹਨੂੰ ਖਵਾਈ ਜਾਈਏ। ਜੇ ਉਹ ਪੂਰੀਆਂ ਦੇ ਜਾਏ ਤਾਂ ਉਹ ਵੀ ਖਾਈ ਜਾਵੇ, ਜੇ ਉਹ ਚੌਲ ਦਈਏ ਤਾਂ ਉਹ ਵੀ ਖਾਈ ਜਾਵੇ, ਸਬਜ਼ੀ ਦਈਏ, ਜੋ ਦਈਏ ਖਾਈ ਜਾਵੇ, ਖਾਈ ਜਾਵੇ। ਮੈਂ ਸੋਚਿਆ ਪਾਂਦਾ ਕਿੱਥੇ, ਇੰਨਾ ਹਰਾ ਤੇ ਤਾਂ ਢਿੱਡ ਹੈਗਾ ਛੋਟਾ, ਛੋਟਾ ਜਿਹਾ ਇਹਦਾ ਢਿੱਡ ਹੈਗਾ, ਇਹ ਪਾਂਦਾ ਪਤਾ ਨਹੀਂ ਕਿੱਥੇ ਹੈਗਾ ਹੈ, ਕਿੱਧਰ ਜਾਂਦਾ ਇਹ ਰੋਟੀ, ਕਿੱਥੇ ਜਾ ਰਹੀ ਹੈ, ਕੋਈ ਪਤਾ ਨਾ ਲੱਗੇ। ਬਾਅਦ ਵਿੱਚ ਫਿਰ ਉਹਨਾਂ ਨੂੰ ਅਸੀਂ ਜਿਹੜੀ ਵਧੀ ਉਹਦੇ ਕੋਲੋਂ ਉਹ ਬਾਕੀ ਬੰਦੇ ਨੂੰ ਖਵਾਈ, ਅਤੇ ਫਿਰ ਅਸੀਂ ਉਹਦੇ ਮੰਦਰ ਵਿੱਚ ਗਏ, ਉਹਨਾਂ ਬੜਾ ਆਦਰ ਮਾਣ ਕੀਤਾ। ਅਸੀਂ 5 ਰੁਪਏ ਉਹਨਾਂ ਦੀ ਸੰਦੂਕੜੀ 'ਚ ਪਾ ਦਿੱਤੇ, ਉਹ ਬੜਾ ਉਹਨਾਂ ਨੇ ਪਿਆਰ ਪੂਰ ਕੀਤਾ ਨੇਪਾਲੀਆਂ ਨੇ। ਤਾਂ ਪਤਾ ਨਹੀਂ ਲੱਗਦਾ ਕਿ ਉਹ ਪਤਾ ਨਹੀਂ ਪਰਮਾਤਮਾ ਦਾ ਕੀ ਕਿਹੜੇ ਵੇਸ਼ ਵਿੱਚ ਕਿਸੇ ਵੇਲੇ ਵੀ ਕਿਸ ਤਰ੍ਹਾਂ ਆ ਜਾਂਦਾ ਅਤੇ ਕਿਸ ਤਰ੍ਹਾਂ ਨਹੀਂ ਆ ਜਾਂਦਾ। ਡਰਦੇ ਹੀ ਰਹਿਣਾ ਚਾਹੀਦਾ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ ਕਿ ਜਿਸ ਨੇ ਤੇਰੀ ਮਦਦ ਕਰਨੀ ਹੈ ਉਹ ਤੇਰੀ ਮਦਦ ਹੋਰ ਤਰੀਕੇ ਨਾਲ ਕਰਦਾ ਹੈ। ਉਹ ਤੇਰੇ ਤਨ ਦਾ ਭੁੱਖਾ ਨਹੀਂ ਹੈ, ਉਹ ਭੁੱਖੇ ਪਿਆਸੇ ਨੂੰ ਖਵਾ ਦੇਗਾ, ਤੈਨੂੰ ਉਹਦਾ ਫਾਇਦਾ ਮਿਲੇਗਾ। ਉਹ ਭੁੱਖੇ ਪਿਆਸੇ ਨੂੰ ਖਵਾ ਦੇਗਾ ਤੇਰਾ ਤਾਣਾ, ਫਿਰ ਤੈਨੂੰ ਉਹਦਾ ਫਾਇਦਾ ਮਿਲੇਗਾ। ਹਾਂਜੀ। ਪਰ ਤੇਰਾ ਉਪਕਾਰ ਕਮਾਵੇ, ਭੂਖੇ ਪਿਆਸੇ ਕੋ ਦਿਲਵਾਵੇ, उनकी मेहर मुफ्त तू पावे, जो उनको प्रसन्न करावे। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਤੂੰ ਉਹਨਾਂ ਦੀ ਮਿਹਰ, ਉਹਨਾਂ ਦੀ ਦਇਆ ਜਿਹੜੀ ਹੈ ਉਹ ਤੂੰ ਮੁਫਤ ਹੀ ਲੈ ਲੈ। ਕੀ ਉਸ ਧਨ ਨੂੰ ਤੂੰ ਝੂਠੇ ਪਾਸੇ ਵੀ ਲਗਾਉਣਾ, ਜੇ ਸੱਚੇ ਪਾਸੇ ਲਗਾ ਦੇ ਮੁਫਤ ਹੀ ਮਿਲ ਜਾਣੀ ਹੈ ਤੈਨੂੰ। ਕੀ ਖਰਚਣਾ ਹੈ ਤੂੰ? ਜਿਹੜਾ ਧਨ ਤੂੰ ਉਲਟੇ ਪਾਸੇ ਲਾਣਾ, ਝੂਠੇ ਪਾਸੇ, ਗਲਤ ਪਾਸੇ, ਜਿਹਦੇ 'ਤੇ ਤੈਨੂੰ ਸਜ਼ਾ ਮਿਲਣੀ ਹੈ, ਜੇ ਤੂੰ ਉਹ ਚੰਗੇ ਪਾਸੇ ਲਗਾ ਦੇਂਗਾ ਤਾਂ ਤੈਨੂੰ ਮੁਫਤ ਹੀ ਉਹਨਾਂ ਦੀ ਮਿਹਰ ਮਿਲ ਜਾਣੀ ਹੈ। ਕਿਹੜਾ ਜ਼ੋਰ ਲੱਗਣਾ ਤੇਰਾ? ਇਹ ਤਾਂ ਚੀਜ਼ ਉਹੋ ਹੀ ਹੈ ਨਾ। ਉਸ ਨੂੰ ਤੂੰ ਗਲਤ ਪਾਸੇ ਵੀ ਖਰਚ ਦੇਣਾ ਹੈ ਔਰ ਸੱਚੇ ਪਾਸੇ ਵੀ ਖਰਚ ਦੇਣਾ, ਔਰ ਸਤਿਗੁਰ ਤੈਨੂੰ ਸੱਚੇ ਪਾਸੇ ਖੁਰ ਜਾਣਗੇ, ਤੇਰੇ 'ਤੇ ਇਹ ਦਇਆ ਕਰਨਗੇ, ਤੈਨੂੰ ਮੁਫਤ ਹੀ ਮਿਹਰ ਮਿਲ ਜਾਏਗੀ, ਕੋਈ ਜ਼ੋਰ ਨਹੀਂ ਤੇਰਾ ਲੱਗਣਾ। ਹਾਂਜੀ। उनकी मेहर मुफ्त तू पावे, जो उनको प्रसन्न करावे। ਇੱਥੇ ਰੱਖਦੇ, ਸ਼ਬਦ ਬੜਾ ਹੈ ਜੇ 2 ਦਿਨ ਹੋਰ ਲੱਗਣੇ ਆ। ਇੱਥੇ ਰੱਖਦੇ ਇਹਨੂੰ, ठीक है। ਇਹਨੂੰ ਫੇਰ ਪੜ੍ਹਾਂਗੇ। ਇੱਕ ਵਾਰੀ ਬਾਬਾ ਜੀ ਨੇ ਸ਼ਬਦ ਸਾਰੇ ਦੌਰੇ 'ਚ ਇੱਕੋ ਹੀ ਪੜ੍ਹਿਆ, ਇੱਕੋ ਹੀ ਸ਼ਬਦ ਸਾਰੇ ਦੌਰੇ 'ਚ ਪੜ੍ਹਿਆ।